खालसा वाहिगुरू जी की फतेह। संगत जी जी आया नू, जी आया नू। सब तो पहला अपना मुस्कुरांदा होया चेहरा रखो जी सारे जाने। तो संगत जी अज दा साडा टॉपिक है अबंडेंस माइंडसैट। अबंडेंस का मतलब है बरकत, समृद्धि, बेअंत, अनलिमिटेड। तो साडा लेकिन मन जिहड़ा है वो घाट वल नूं जांदा रहिंदा है। तो अज असीं विचारां करांगे भी वो जिहड़ा एक अबंडेंस दे विच असीं जी रहे हां 24 घंटे, ਤਾਂ ਅਸੀਂ ਕਿਉਂ ਨਹੀਂ ਉਹਨੂੰ ਮਹਿਸੂਸ ਕਰ ਪਾਉਂਦੇ। ਜਦੋਂ ਉਹਨੂੰ ਅਸੀਂ ਮਹਿਸੂਸ ਕਰਨ ਲਵਾਂਗੇ ਤਾਂ ਅਸੀਂ ਖੁਦ ਹੀ ਚੱਲਦੇ ਫਿਰਦੇ ਖੁਦ ਹੀ ਅਬੰਡੈਂਸ ਹੋ ਜਾਵਾਂਗੇ, ਜਿਹੜਾ ਕਿ ਪਰਮਾਤਮਾ ਨੇ ਸਾਨੂੰ ਬਣਾਇਆ ਹੋਇਆ। ਇੱਕ ਇੱਕ ਜਾਣਾ ਅਸੀਂ ਚੱਲਦੇ ਫਿਰਦੇ ਅਬੰਡੈਂਸ ਹੀ ਆ। ਪਰ ਮਾਈਂਡਸੈਟ ਅੱਜ ਅਸੀਂ ਆਪਣਾ ਕਰਾਂਗੇ ਸਾਰੇ ਜਾਣੇ। ਸੋ ਪਹਿਲਾਂ ਤਾਂ ਦੇਖੀਏ ਕਿ ਇਹ ਅਨਲਿਮਿਟਿਡ ਜਿਹੜਾ ਬਰਕਤਾਂ ਪਰਮਾਤਮਾ ਦੇ ਇਸ ਪਸਾਰੇ ਦੇ ਵਿੱਚ ਨੇ, ਅਨਲਿਮਿਟਿਡ। ਅਸੀਂ ਸਿਰਫ ਇੱਕ ਪੈਸੇ ਨੂੰ ਹੀ ਮਾਈਂਡ ਸਾਡਾ ਸੈੱਟ ਹੈ ਕਿ ਪੈਸੇ ਨੂੰ ਸਿਰਫ ਅਸੀਂ ਉਹਦਾ ਸਮਰਿੱਧੀ ਦਾ ਰੂਪ ਦੇਖਦੇ ਹਾਂ। ਪੈਸਾ ਵੀ ਬਹੁਤ ਵੱਡੀ ਸ਼ਕਤੀ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ। ਲੇਕਿਨ ਕਿੰਨੀਆਂ ਬਰਕਤਾਂ ਨੇ ਇਸ ਸੰਸਾਰ ਦੇ ਵਿੱਚ। ਸਾਡੇ ਜਨਮ ਤੋਂ ਲੈ ਕੇ ਸਾਡਾ ਸਰੀਰ ਤਿਆਗਣ ਤੱਕ ਪਰਮਾਤਮਾ ਦਾ ਵਿਧੀ ਦਾ ਵਿਧਾਨ ਇਹੋ ਜਿਹਾ ਸਾਡੇ ਲਈ ਪਹਿਲਾਂ ਹੀ ਪ੍ਰਬੰਧ ਸਾਰਾ ਕੀਤਾ ਹੁੰਦਾ। ਉਹ ਅਸੀਂ ਹੀ ਆਪਣੀ એનર્ਜੀ ਨੂੰ ਸ਼ਰਿੰਕ ਕਰਕੇ ਆਪਣੀ ਨੈਗੇਟਿਵਿਟੀ ਦੇ ਕਾਰਨ ਉਹਨਾਂ ਦਾਤਾਂ ਤੋਂ ਅਸੀਂ ਦੂਰ ਹੋ ਜਾਂਦੇ ਹਾਂ। ਤੁਸੀਂ ਪਹਿਲਾਂ ਤਾਂ ਦੇਖੋ ਇਸ ਧਰਤੀ ਦੇ ਉੱਤੇ ਕੀ ਕੁਛ ਨਹੀਂ ਪਰਮਾਤਮਾ ਨੇ ਸਾਰੀ ਪ੍ਰਕਿਰਤੀ ਸਾਡੀ ਸੇਵਾ ਵਿੱਚ ਲਗਾਈ ਹੋਈ ਹੈ। ਸਾਰੀ ਪ੍ਰਕਿਰਤੀ, ਧਰਤੀ, ਜਲ, ਅਗਨੀ, ਵਾਯੂ, ਆਕਾਸ਼, ਇਹ ਸਾਨੂੰ ਦੇਈ ਜਾ ਰਹੇ ਨੇ। ਦੇਂਦਾ ਦੇ ਲੈਂਦੇ ਥੱਕ ਪਾਏ। ਪਰਮਾਤਮਾ ਵੀ ਪ੍ਰਕਿਰਤੀ ਵਿੱਚ ਪਸਰ ਕੇ ਸਾਨੂੰ ਦੇਈ ਜਾ ਰਿਹਾ ਹੈ, ਕਿਉਂਕਿ ਪਰਮਾਤਮਾ ਵੱਡੀ ਮਾਤਾ ਪਿਤਾ ਹੈ ਨਾ, ਸਭ ਤੋਂ ਸੁਪਰੀਮ। ਤਾਂ ਇਸ ਰੂਪ ਵਿੱਚ ਸਾਡੀ ਪਾਲਣਾ ਕਰੀ ਜਾ ਰਿਹਾ। ਫਿਰ ਹੋਰ ਦੇਖੋ ਕਿ ਇੱਥੇ ਕੋਈ ਆਪਾਂ ਹੁਣ ਦੇਖੀਏ ਕਮੀਆਂ ਵੱਲ ਨੂੰ ਨਹੀਂ ਦੇਖਣਾ, ਉਧਰ ਨੂੰ ਦੇਖੀਏ ਕਿ ਕੀ ਇਸ ਧਰਤੀ ਦੇ ਉੱਤੇ ਦਰਖਤਾਂ ਦੀ ਕੋਈ ਕਮੀ ਆ। ਪੇੜ ਪੌਦੇ, ਫਲ ਫਰੂਟ ਕਿੰਨਾ ਭਰਿਆ ਪਿਆ। ਪਾਣੀ ਦੀ ਕਮੀ ਆ, ਕਿੰਨਾ ਪਾਣੀ ਨਾਲ ਭਰਿਆ ਪਿਆ ਸਾਡਾ ਸੰਸਾਰ ਜਿਹੜਾ ਹੈ। ਹਵਾ ਕਿੰਨੀ ਆ, ਬੇਅੰਤ ਆ। ਉਹ ਅਲੱਗ ਚੀਜ਼ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਦੂਸ਼ਿਤ ਕਰ ਦਿੱਤਾ, ਪਰ ਕਿੰਨੀ ਬੇਅੰਤ ਬੇਅੰਤ ਇਹ ਪਰਮਾਤਮਾ ਦੇ ਪਸਾਰੇ ਦੇ ਵਿੱਚ। ਫਿਰ ਦੇਖੋ ਨਵੀਂ ਕਿੰਨੀ ਸਿਰਜਣਾ ਹੋਈ ਜਾ ਰਹੀ ਹੈ। ਅਗਰ ਬੰਦੇ ਨੇ ਚਾਹਿਆ ਕਿ ਮੇਰੇ ਕੋਲ ਲਗਜ਼ਰੀ ਲਾਈਫ ਹੋਵੇ, ਉਹਨਾਂ ਚੀਜ਼ਾਂ ਦੀ ਕੋਈ ਕਮੀ ਨਹੀਂ। ਕਾਰਾਂ ਦੀ ਦੇਖ ਲਓ, ਬੇਅੰਤ ਚੀਜ਼ਾਂ। ਇਹ ਟੈਕਨੋਲੋਜੀ ਦਾ ਜ਼ਮਾਨਾ ਆ ਗਿਆ, ਬੇਅੰਤ ਬੇਅੰਤ ਬੇਅੰਤ। ਆ ਤੁਸੀਂ ਚੈਨਲਸ ਵੀ ਦੇਖਦੇ ਹੋ, ਇਹ ਇੱਕ ਤੋਂ ਸ਼ੁਰੂ ਹੋਇਆ ਸੀ, ਕਿੰਨੇ ਇਹ ਵੀ ਬੇਅੰਤ। ਕੋਈ ਮਤਲਬ ਇਹ ਤਾਂ ਜਿਹੜੇ ਸਾਇੰਟਿਸਟ ਨੇ ਉਹ ਤਾਂ ਕਹਿੰਦੇ ਨੇ ਵੀ ਯੂਨੀਵਰਸ ਦੇ ਵਿੱਚ ਤਾਂ ਵਾਧਾ ਹੋ ਹੀ ਜਾ ਰਿਹਾ, ਵਾਧਾ ਹੋ ਹੀ ਜਾ ਰਿਹਾ। ਸੋ ਚੀਜ਼ ਮਿਟਦੀ ਨਵੇਂ ਰੂਪ ਵਿੱਚ ਬਣੀ ਜਾਂਦੀ ਹੈ। ਇੱਦਾਂ ਹੀ ਸਾਡੇ ਜਿਹੜਾ ਸਾਡਾ ਜੀਵਨ ਵੀ ਇਸੇ ਤਰ੍ਹਾਂ ਦਾ ਆ ਕਿ ਸਾਡੀ ਜਿਹੜੀ ਸੋਲ ਆ, ਆਤਮਾ ਆ, ਰੂਹ ਹੈ, ਉਹ ਤਾਂ ਨਹੀਂ ਖਤਮ ਹੁੰਦੀ। ਸਰੀਰ ਵਿੱਚ ਅਸੀਂ ਆਉਂਦੇ ਹਾਂ, ਜਿਹਨੂੰ ਜਨਮ ਅਸੀਂ ਲੈਣਾ ਕਹਿ ਦਿੰਦੇ ਹਾਂ। ਇਸ ਸਰੀਰ ਦੇ ਵਿੱਚੋਂ ਫਿਰ ਸਾਡੀ ਟਰਾਂਸਫਾਰਮੇਸ਼ਨ ਸਰੀਰ ਦੀ ਹੋ ਜਾਂਦੀ। ਅਸੀਂ ਕਿਤੇ ਸਾਨੂੰ ਹੋਰ ਭੇਜ ਦਿੱਤਾ ਜਾਂਦਾ। ਹਾਲੇ ਸਾਡੀ ਜਦ ਤੱਕ ਜਰਨੀ ਕੰਪਲੀਟ ਨਹੀਂ ਹੁੰਦੀ। ਇਹ ਵੀ ਬੇਅੰਤ ਸਿਸਟਮ ਹੈ ਪਰਮਾਤਮਾ ਦਾ। ਇੱਥੇ ਹੀ ਬਸ ਨਹੀਂ ਆ ਵੀ ਬਸ ਇੱਥੇ ਜੰਮੇ ਤਾਂ ਇੱਥੇ ਮਰੇ, ਨਹੀਂ। ਇਹ ਵੀ ਉਹਦਾ ਬੜਾ ਪਸਾਰਾ ਆ। ਮਤਲਬ ਇੰਨਾ ਕਿ ਬੇਅੰਤ ਆ। ਖਾਣ ਦੀਆਂ ਚੀਜ਼ਾਂ ਦੇਖੋ ਕਿੰਨੇ ਭੰਡਾਰੇ ਨੇ, ਬੇਅੰਤ ਬੇਅੰਤ। ਪੀਣ ਦੀਆਂ ਬੇਅੰਤ ਬੇਅੰਤ। ਸੋ ਆਕਾਸ਼ ਨੂੰ ਹੀ ਦੇਖ ਲਓ ਕਿ ਤਾਰੇ ਬੇਅੰਤ ਨੇ। ਫਿਰ ਇਹ ਤਾਂ ਸਾਨੂੰ ਜਿਹੜਾ ਨਜ਼ਰ ਆ ਰਿਹਾ ਸਾਡੀ ਦ੍ਰਿਸ਼ਟੀ 'ਚ। ਹੁਣ ਜਿਹੜਾ ਗੁਰੂ ਮਹਾਰਾਜ ਨੇ ਸਾਨੂੰ ਕਿਹਾ ਕਿੰਨੇ ਖੰਡ ਬ੍ਰਹਿਮੰਡ ਆ, ਲੱਖਾਂ ਹੀ ਆਕਾਸ਼ਾਂ ਹੀ ਪਾਤਾਲ ਆ। ਜਪਜੀ ਸਾਹਿਬ ਦੇ ਵਿੱਚ ਹੀ ਸਾਨੂੰ ਪਹਿਲਾਂ ਨਾ ਮਹਾਰਾਜ ਜੀ ਸਾਡਾ ਮਾਈਂਡ ਸੈਟ ਕਰ ਰਹੇ ਨੇ ਪਰਮਾਤਮਾ ਦੀ ਸਮਰਿੱਧੀ ਵੱਲ, ਉਹਦੀਆਂ ਬਰਕਤਾਂ ਵੱਲ, ਉਹਦਾ ਅਨਲਿਮਿਟਿਡ ਪਸਾਰੇ ਵੱਲ। ਇੰਨਾ ਕੁਛ ਹੈ, ਇਹ ਸਭ ਸਾਡੇ ਲਈ ਹੈ। ਅਗਰ ਸਾਨੂੰ ਭੇਜਿਆ ਨਾ ਇਸ ਧਰਤੀ ਤੇ, ਇਸ ਸੰਸਾਰ ਵਿੱਚ, ਇਹ ਸਾਡੇ ਲਈ ਹੈ। ਤਾਂ ਬਸ ਅਸੀਂ ਇਹਨਾਂ ਨੂੰ ਨਹੀਂ ਦੇਖਦੇ। ਅਸੀਂ ਸਿਰਫ ਇੱਕ ਨਿੱਕੇ ਜਿਹੇ ਆਪਣੇ ਛੋਟੇ ਜਿਹੇ ਦਾਇਰੇ ਦੇ ਵਿੱਚ ਬਸ ਉਹਨੇ ਨੂੰ ਦੇਖ ਦੇਖ ਕੇ ਅਸੀਂ ਕਮੀਆਂ ਮਹਿਸੂਸ ਕਰਦੇ ਰਹਿੰਦੇ ਹਾਂ ਜ਼ਿੰਦਗੀ ਦੇ ਵਿੱਚ। ਤਾਂ ਜਦੋਂ ਇਹਦੇ ਅਸੀਂ ਬਹੁਤਾਤ ਨੂੰ ਦੇਖਣ ਲੱਗ ਗਏ, ਇਹਦੇ ਉੱਤੇ ਰਿਸਰਚਸ ਬਹੁਤ ਜ਼ਿਆਦਾ ਹੋਈਆਂ। ਯੂਨੀਵਰਸਿਟੀਜ਼ ਨੇ ਰਿਸਰਚਸ ਕੀਤੀਆਂ ਵੀ ਸਾਡਾ ਮਾਈਂਡ ਸੈਟ ਅਗਰ ਇਸ ਤਰ੍ਹਾਂ ਦਾ ਬਣ ਜਾਵੇ, ਅਬੰਡੈਂਸ ਨੂੰ ਦੇਖਣ ਲੱਗ ਜਾਵੇ, ਤਾਂ ਸਾਡੀ ਜ਼ਿੰਦਗੀ ਵਿੱਚ ਹਰ ਤਰ੍ਹਾਂ ਦੀਆਂ ਬਰਕਤਾਂ ਆਉਣਗੀਆਂ। ਇੱਕ ਤਾਂ ਅਸੀਂ ਸਿਰਫ ਪੈਸੇ ਨੂੰ ਲੈ ਲੈਂਦੇ ਹਾਂ ਨਾ, ਧਨ ਪਦਾਰਥ ਪ੍ਰਾਪਰਟੀ, ਇਹਨੂੰ ਅਸੀਂ ਗਿਣ ਲੈਂਦੇ ਹਾਂ, ਸਟੇਟਸ ਨੂੰ ਗਿਣ ਲੈਂਦੇ ਹਾਂ। ਨਹੀਂ, ਅਬੰਡੈਂਸ ਦੇ ਵਿੱਚ ਹਰ ਚੀਜ਼ ਆ।
ਅੱਛਾ ਚਲੋ ਦੱਸੋ, ਇੱਕ ਬੰਦੇ ਕੋਲ ਅਗਰ ਪੈਸਾ ਬਹੁਤ ਹੋਵੇ, ਬੇਅੰਤ, ਮਤਲਬ ਉਹਨੂੰ ਪਤਾ ਹੀ ਨਾ ਹੋਵੇ ਮੇਰੇ ਕੋਲ ਕਿੰਨਾ ਪੈਸਾ ਹੈ, ਸਾਰੀ ਤਰ੍ਹਾਂ ਦੀ ਐਸ਼ੋ ਇਸ਼ਰਤ ਉਹਦੇ ਕੋਲ ਹੋਵੇ, ਮਹਿਲ ਵੱਡੇ ਵੱਡੇ ਹੋਣ, ਧਰਤੀ ਵੀ ਉਹਨੇ ਕਿੰਨੀ ਘੇਰੀ ਹੋਵੇ, ਅਗਰ ਉਹਦੇ ਕੋਲ ਮਨ ਦੀ ਸ਼ਾਂਤੀ ਨਹੀਂ ਆ, ਰਾਤ ਨੂੰ ਉਹਨੂੰ ਨੀਂਦ ਹੀ ਨਹੀਂ ਚੈਨ ਦੀ ਆਉਂਦੀ, ਕੀ ਤੁਸੀਂ ਇਹੋ ਜਿਹਾ ਜੀਵਨ ਲੈਣਾ ਚਾਹੋਗੇ? ਨਹੀਂ ਲੈਣਾ ਚਾਹਾਂਗੇ ਅਸੀਂ ਇਹੋ ਜਿਹਾ ਜੀਵਨ। ਅਗਰ ਉਹਦਾ ਸਰੀਰ ਹੀ ਨਹੀਂ ਤੰਦਰੁਸਤ, ਉਹ ਚੱਲ ਫਿਰ ਹੀ ਨਹੀਂ ਸਕਦਾ, ਕੋਈ ਉਹਨੂੰ ਪਾਸਾ ਦਵਾਉਂਦਾ, ਪਾਈਪਾਂ ਲਾ ਕੇ ਉਹਦੇ ਮੂੰਹ 'ਚ ਪਾਇਆ, ਜਿੰਨਾ ਮਰਜ਼ੀ ਪੈਸਾ ਇੰਨਾ, ਫਿਰ ਤੁਸੀਂ ਇਹੋ ਜਿਹਾ ਜੀਵਨ ਲੈਣਾ ਚਾਹੋਗੇ? ਨਹੀਂ। ਸੋ ਦੇਖੋ, ਇਹ ਸਰੀਰ ਦੀ ਤੰਦਰੁਸਤੀ ਵੀ ਇਹ ਅਬੰਡੈਂਸ ਵਿੱਚ ਆ, ਬੇਅੰਤ ਤੰਦਰੁਸਤੀਆਂ ਨਾਲ ਭਰਿਆ ਸਾਡਾ ਸਰੀਰ ਜਿਹੜਾ। ਸੋ ਬਾਡੀ ਨੈਚੁਰਲੀ ਇਹਨੂੰ ਹੀਲ ਕਰੀ ਜਾਏ, ਇੰਨੇ ਪਰਮਾਤਮਾ ਨੇ ਅੰਦਰ ਅਬੰਡੈਂਸ ਰੱਖਿਆ ਹੈ ਸਾਨੂੰ ਹੀਲ ਕਰਨ ਦੇ ਲਈ। ਹੀਲਿੰਗ ਪ੍ਰੋਸੈਸ ਉਹਦਾ ਬੇਅੰਤ ਆ, ਬੇਅੰਤ ਆ। ਸੋ ਧਰਤੀ ਨੂੰ ਅਸੀਂ ਗੰਦਾ ਕਰੀ ਜਾਂਦੇ, ਫਿਰ ਵੀ ਉਹ ਪਰਮਾਤਮਾ ਦਾ ਸਿਸਟਮ ਉਹਨੂੰ ਕਿੰਨਾ ਸਵਾਰੀ ਜਾ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਤੁਸੀਂ ਬੇਅੰਤ ਹੈ ਪਰਮਾਤਮਾ, ਸ਼ਾਂਤੀ ਵੀ ਬੇਅੰਤ ਆ, ਪ੍ਰੇਮ ਵੀ ਬੇਅੰਤ ਆ ਇਸ ਸੰਸਾਰ ਦੇ ਵਿੱਚ। ਐਕਚੁਅਲੀ ਸਾਰਾ ਪਰਸਾਰਾ ਹੀ ਪਰਮਾਤਮਾ ਦਾ ਪ੍ਰੇਮ ਕਰਕੇ ਫੈਲਿਆ ਹੋਇਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਪਰਮਾਤਮਾ ਪ੍ਰੇਮ ਕਰਕੇ ਹਰ ਦਿਸ਼ਾ ਵਿੱਚ ਫੈਲਿਆ ਹੋਇਆ। ਸੋ ਵੀ ਬੇਅੰਤ ਆ। ਪੈਸਾ ਲਾ ਲਓ ਬੇਅੰਤ ਆ, ਚੀਜ਼ਾਂ ਲਾ ਲਓ ਬੇਅੰਤ ਆ, ਬੇਅੰਤ ਆ, ਬੇਅੰਤ ਆ। ਫਿਰ ਦੇਵੀ ਦੇਵਤੇ ਲਾ ਲਓ ਉਹ ਬੇਅੰਤ ਆ, ਕਾਨ ਮਹੇਸ਼ ਲਾ ਲਓ ਉਹ ਵੀ ਬੇਅੰਤ ਆ। ਤਾਂ ਇੱਕ ਬ੍ਰਹਮਾ, ਇੱਕ ਵਿਸ਼ਨੂੰ, ਇੱਕ ਮਹੇਸ਼ਾ ਨੂੰ ਜਾਣਦੇ ਆ ਨਾ, ਦੇਖ ਦੇਖ ਕੇ ਮੂਵੀਆਂ ਜਾਂ ਸੀਰੀਅਲ ਜਾਂ ਗ੍ਰੰਥਾਂ 'ਚ ਪੜ੍ਹ ਕੇ। ਲੇਕਿਨ ਮਹਾਰਾਜ ਕਹਿੰਦੇ, ਕੇਤੇ ਕੌਣ ਮਹੇਸ਼, ਕੇਤੇ ਬਰਮੇ ਘੜਤ ਕੜੀਏ। ਕਿੰਨੇ ਹੀ ਨੇ ਇਹ, ਬੇਅੰਤ ਨੇ। ਔਰ ਸਾਡਾ ਹੀ ਸਰੀਰ ਬੇਅੰਤ ਹੈ। ਗੁਰੂ ਅਮਰਦਾਸ ਜੀ ਕਹਿੰਦੇ ਨੇ, ਇਸ ਕਾਇਆ ਅੰਦਰ ਬ੍ਰਹਮਾ ਵਿਸ਼ਨੂੰ ਮਹੇਸ਼ਾ। ਸਾਡੇ ਹੀ ਅੰਦਰ ਆ ਉਹ ਚੇਤਨਾ ਦੇ ਉਹ ਰੂਪ, ਸਾਡੀ ਕੌਨਸ਼ੀਅਸਨੈਸ ਦੇ ਉਹ ਰੂਪ ਨੇ ਸਾਡੇ ਹੀ ਅੰਦਰ। ਬ੍ਰਹਮਾ ਦਾ ਮਤਲਬ ਜਿਹੜਾ ਸਿਰਜਣਾ ਕਰਦਾ, ਸੋ ਸਾਡੇ ਅੰਦਰ ਸਿਰਜਣ ਹੋ ਰਿਹਾ। ਵਿਸ਼ਨੂੰ ਦਾ ਮਤਲਬ ਜਿਹੜਾ ਪਾਲਣਾ ਕਰਦਾ, ਸੋ ਸਾਡੇ ਕੋਲ ਹੀ ਉਹ ਸ਼ਕਤੀ ਹੈ ਪਰਮਾਤਮਾ ਨੇ ਸਾਨੂੰ ਦਿੱਤੀ। ਅਸੀਂ ਆਪਣਾ ਵੀ, ਪਰਿਵਾਰ ਦਾ ਵੀ, ਸੁਸਾਇਟੀ 'ਚ ਵੀ ਪਾਲਣ ਪੋਸ਼ਣ ਦੀ ਪਰਮਾਤਮਾ ਨੇ ਹਰ ਇੱਕ ਦੇ ਅੰਦਰ ਸ਼ਕਤੀ ਪਾਈ ਹੈ। ਫਿਰ ਮਹੇਸ਼ਾ ਦੀ ਸ਼ਕਤੀ ਵੀ ਸਾਡੇ ਅੰਦਰ ਕਿੰਨਾ ਕੁਝ ਮਿਟਦਾ ਆ, ਤਾਂ ਕਿੰਨੀ ਉਹਦੀ ਫਾਰਮੇਸ਼ਨ ਜਿਹੜੀ ਚੇਂਜ ਹੋਈ ਜਾਂਦੀ ਆ। ਇਸ ਗੁਰੂ ਅਮਰਦਾਸ ਜੀ ਕਹਿੰਦੇ, ਤੁਹਾਡੇ ਸਾਰਾ ਕੁਝ ਅੰਦਰ ਆ। ਇਸ ਕਾਇਆ ਅੰਦਰ ਬ੍ਰਹਮਾ ਵਿਸ਼ਨੂੰ ਮਹੇਸ਼ਾ ਉਪਤ ਸਭ ਸੰਸਾਰ। ਫਿਰ ਇਹ ਜਿਹੜੀਆਂ ਬਰਕਤਾਂ ਸਮਰਿੱਧੀ ਉਹ ਵੀ ਮਹਾਰਾਜ ਕਹਿੰਦੇ ਅੰਦਰ ਨੇ, ਹੈ। ਤੇਰੇ ਕਾਇਆ ਦੇ ਅੰਦਰ ਮਹਾਰਾਜ ਕਹਿੰਦੇ, ਨੌ ਨਿਧ ਭੰਡਾਰੇ ਵੀ ਤੇਰੇ ਅੰਦਰ ਨੇ, ਨੌ ਨਿਧ ਅੰਮ੍ਰਿਤ ਪ੍ਰਭ ਦਾ ਨਾਮ ਵੀ ਤੇਰੇ ਅੰਦਰ ਹੀ ਹੈ। ਸੋ ਅਸੀਂ ਸਿਰਫ ਲੈਕ ਵੱਲ ਨੂੰ ਦੇਖਦੇ ਹਾਂ। ਇਸ ਕਾਰਨ ਅਸੀਂ ਜਿਹੜੇ ਆ, ਸਾਡੇ ਕੋਲ ਵਰਤਣ ਵੇਲੇ ਸਾਡੇ ਕੋਲ ਚੀਜ਼ਾਂ ਦੀ ਕਈਆਂ ਕੋਲ ਕਮੀ ਆ ਜਾਂਦੀ ਹੈ। ਕਾਰਨ ਕੀ ਆ ਕਿ ਰਿਸਰਚਸ ਇਹ ਕਹਿੰਦੀਆਂ ਨੇ ਕਿ ਜਦੋਂ ਅਸੀਂ ਲੈਕ ਵੱਲ ਦੇਖਦੇ ਹਾਂ, ਕਮੀਆਂ ਵੱਲ ਦੇਖਦੇ ਹਾਂ, ਸਾਡੇ ਜੀਵਨ ਵਿੱਚ ਸਾਰਿਆਂ ਤਰ੍ਹਾਂ ਦੀਆਂ ਕਮੀਆਂ ਆਉਣ ਲੱਗ ਜਾਂਦੀਆਂ ਨੇ। ਅਗਰ ਅਸੀਂ ਅਬੰਡੈਂਸ ਵੱਲ ਨੂੰ ਦੇਖਦੇ ਹਾਂ, ਸਾਡਾ ਮਾਈਂਡ ਸੈਟ ਇਹ ਹੋ ਜਾਂਦਾ ਆ, ਤਾਂ ਬਰਕਤਾਂ ਤਾਂ ਉਹ ਕਹਿੰਦੇ ਆਉਣੀਆਂ ਹੀ ਆਉਣੀਆਂ ਨੇ। ਤਾਂ ਪਹਿਲਾਂ ਉਸ ਬਰਕਤਾਂ ਵਿੱਚ ਜੀਏ ਵੀ। ਦੇਖੋ ਪਰਮਾਤਮਾ ਨੇ ਸਾਨੂੰ ਕਿੰਨਾ ਕੁਛ ਦਿੱਤਾ, ਉਹ ਸਾਹ ਦਾ ਹੀ ਲੈ ਲਓ। ਅੱਜ ਦੇ ਹਾਲਾਤ ਤਾਂ ਬਿਲਕੁਲ ਦੇਖੀਏ ਵੀ, ਦੇਖੋ ਸਾਹ ਮੁੱਕ ਜਾਂਦੇ ਨੇ ਤਾਂ ਕਿਵੇਂ ਡੈਥਸ ਹੋ ਰਹੀਆਂ ਨੇ ਪੂਰੇ ਵਰਲਡ ਦੇ ਵਿੱਚ। ਤਾਂ ਇਹਦੀ ਕਿੰਨੀ ਵੈਲਿਊ ਹੈ, ਕਿੰਨੇ ਪਰਮਾਤਮਾ ਸਾਨੂੰ ਦੇਈ ਜਾ ਰਿਹਾ, ਬੇਅੰਤ ਬੇਅੰਤ ਹੈ। ਸੋ ਬਾਰ-ਬਾਰ ਨਾ ਆਪਣੇ ਘਰ 'ਚ ਦੇਖ ਕੇ, ਆਪਣੇ ਸਰੀਰ ਨੂੰ ਦੇਖ ਕੇ, ਦਿੱਤੀਆਂ ਵਸਤਾਂ ਨੂੰ ਦੇਖ ਕੇ, ਉਹਦੇ ਪਸਾਰੇ ਨੂੰ ਦੇਖ ਕੇ ਬੇਅੰਤ ਬੇਅੰਤ, ਬਹੁਤਾ ਬਹੁਤਾ, ਅਬੰਡੈਂਸ ਅਬੰਡੈਂਸ ਕਹਿਣਾ ਸ਼ੁਰੂ ਕਰ ਦਿਓ, ਸੋਚਣਾ ਸ਼ੁਰੂ ਕਰ ਦਿਓ। ਸੋ ਇਹ ਬਰਕਤਾਂ ਹੀ ਆ ਜਾਣਗੀਆਂ। ਅਸੀਂ ਸਿਰਫ ਬਰਕਤਾਂ ਨੂੰ ਇੱਕ ਪੈਸੇ ਦੇ ਨਾਲ ਲਿਆ, ਉਹਦਾ ਵੀ ਵੱਡਾ ਕਾਰਨ ਹੈ। ਇਹਦੇ ਤੇ ਵੀ ਰਿਸਰਚਸ ਹੋਈਆਂ ਨੇ, ਕਿਉਂਕਿ ਕਾਰਨ ਇਹ ਹੈ ਕਿ ਕਿਸੇ ਦੀ ਅਗਰ ਹੈਲਥ ਚੰਗੀ ਨਹੀਂ ਤਾਂ ਉਹ ਕਿਸੇ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ। ਲੇਕਿਨ ਜਿਹਦੇ ਕੋਲ ਪੈਸਾ ਨਹੀਂ ਆ ਨਾ, ਉਹਨੂੰ ਲੋਕ ਬਣਾਉਣੋਂ ਹਟ ਜਾਂਦੇ ਆ। ਉਹਦਾ ਇੱਜ਼ਤ ਮਾਣ ਨਹੀਂ, ਉਹਦਾ ਕੋਈ ਉਹਨੂੰ ਕੋਈ ਅੱਛੀ ਨਿਗਾਹ ਨਾਲ ਨਹੀਂ ਦੇਖਦਾ। ਇਹ ਸੰਸਾਰ ਦੀ ਰੀਤ ਹੈ। ਸੋ ਇਹਨੂੰ ਗੁਰਬਾਣੀ ਵਿੱਚ ਵੀ ਮਹਾਰਾਜ ਨੇ ਕਿਹਾ। ਮਹਾਰਾਜ ਕਹਿੰਦੇ ਨੇ, ਨਿਰਧਨ ਆਦਰ ਕੋਈ ਨਾ ਦੇ। ਜਿਹੜਾ ਗਰੀਬ ਆ, ਜਿਹਦੇ ਕੋਲ ਪੈਸਾ ਨਹੀਂ, ਉਹਨੂੰ ਕੋਈ ਆਦਰ ਨਹੀਂ ਦਿੰਦਾ। ਲੱਖ ਯਤਨ ਕਰੇ ਉਹ ਚਿੱਤ ਨਾ ਧਰੇ। ਉਹ ਜਿੰਨਾ ਮਰਜ਼ੀ ਵਿਚਾਰਾ ਚੰਗਾ ਬਣੇ, ਤੁਹਾਡੀ ਮਤਲਬ ਉਹਦੇ ਅੱਛੇ ਵੀ ਗੁਣ ਹੋਰ ਹੋਣ, ਪਰ ਬੰਦਾ ਉਧਰ ਨੂੰ ਧਿਆਨ ਨਹੀਂ ਦਿੰਦਾ, ਕਿਉਂਕਿ ਪੈਸੇ ਵੱਲ ਨੂੰ ਦੇਖਦਾ ਵੀ ਇਹਦੇ ਕੋਲ ਪੈਸਾ ਨਹੀਂ ਆ, ਇਹ ਗਰੀਬ ਆ, ਤੇ ਉਹਦੇ ਵੱਲ ਨੂੰ ਚਿੱਤ ਵੀ ਨਹੀਂ ਦੇਖਦਾ, ਵੀ ਨਹੀਂ ਉਹਦੇ ਵੱਲ ਨੂੰ ਕੋਈ। ਜਿਉਂ ਨਿਰਧਨ ਸਰਦਨ ਕੇ ਜਾਏ। ਹੁਣ ਗੁਰੂ ਮਹਾਰਾਜ ਕਹਿੰਦੇ, ਜਦੋਂ ਗਰੀਬ ਜਿਹੜਾ ਉਹ ਅਮੀਰ ਬੰਦੇ ਦੇ ਜਦੋਂ ਘਰ ਜਾਂਦਾ, ਉਹ ਕੀ ਕਹਿੰਦਾ, ਅੱਗੇ ਬੈਠਾ ਪੀਠ ਫਰਾਏ। ਉਹ ਪਿੱਠ ਦੇ ਦਿੰਦਾ ਆ, ਆਪਣੇ ਨੌਕਰਾਂ ਨੂੰ ਕਹਿ ਦਿੰਦਾ, ਹੈ ਨਹੀਂ ਉਹ ਘਰ ਮਾਲਕ,
ਸੋ ਜਿਹੜਾ ਗਰੀਬ ਨੂੰ ਕੋਈ ਮੂੰਹ ਨਹੀਂ ਲਾਉਂਦਾ। ਹੁਣ ਕਹਿੰਦੇ ਜੋ ਸਰਦਨ ਨਿਰਦਨ ਕੇ ਜਾਏ, ਜਦੋਂ ਅਮੀਰ ਬੰਦਾ ਗਰੀਬ ਦੇ ਘਰ ਜਾਂਦਾ ਉਹ ਉਹਨੂੰ ਕਿੰਨਾ ਵੈਲਕਮ ਕਰਦਾ। ਮਹਾਰਾਜ ਕਹਿੰਦੇ ਦੀਆ ਆਦਰ ਲਿਆ ਬੁਲਾਏ, ਉਹਨੂੰ ਵੈਲਕਮ ਕਰਦਾ, ਉਹਦੀ ਆਓ ਭਗਤ ਕਰਦਾ ਜਿੰਨੀ ਵੀ ਉਹਦੀ ਹਿੰਮਤ ਹੈ। ਸੋ ਗਰੀਬ ਤਾਂ ਅਮੀਰ ਬੰਦੇ ਦਾ ਸਤਿਕਾਰ ਕਰਦਾ, ਲੇਕਿਨ ਅਮੀਰ ਜਿਹੜਾ ਉਹ ਗਰੀਬ ਦਾ ਨਹੀਂ ਕਰਦਾ। ਮਹਾਰਾਜ ਕਹਿੰਦੇ ਨਿਰਦਨ ਸਰਦਨ ਦੋਨੋਂ ਭਾਈ ਹੈ, ਦੋਨੋਂ ਭਰਾ। ਜੀਵ ਆਤਮਾ ਇੱਕੋ ਹੀ ਪਰਮਾਤਮਾ ਚੋਂ ਅਸੀਂ ਆਏ ਹਾਂ ਸਾਰੇ ਜਾਣੇ। ਪ੍ਰਭ ਕੀ ਕਲਾ ਨਾ ਮਿਟੀ ਜਾਏ, ਇਹ ਪਰਮਾਤਮਾ ਦੀ ਕਲਾ ਮਿੱਟੀ ਥੋੜੀ ਜਾਣੀ ਹੈ, ਇੱਕੋ ਹੀ ਨੇ। ਉਹਦੇ ਵਿੱਚ ਵੀ ਉਹੀ ਆਤਮਾ, ਉਹਦੇ ਵਿੱਚ ਵੀ ਪਰਮਾਤਮਾ ਦਾ ਅੰਸ਼ ਆ। ਲੇਕਿਨ ਇਹ ਸਾਡਾ ਮਾਈਂਡ ਸੈਟ ਆ ਦੁਨੀਆ ਦਾ, ਅਸੀਂ ਪੈਸੇ ਵਾਲੇ ਨੂੰ ਆਦਰ ਦਿੰਦੇ ਹਾਂ ਤਾਂ ਗਰੀਬ ਨੂੰ ਨਹੀਂ ਦਿੰਦੇ। ਤਾਂ ਮਹਾਰਾਜ ਕਹਿੰਦੇ ਕਹਿ ਕਬੀਰ ਨਿਰਦਨ ਹੈ ਸੋਈ। ਹੁਣ ਗੁਰਮਤਿ ਅਨੁਸਾਰ ਗਰੀਬ ਕੌਣ ਆ? ਇਹ ਨਹੀਂ ਕਿ ਜਿਹਦੇ ਕੋਲ ਪੈਸਾ ਨਹੀਂ ਹੈਗਾ। ਜਾ ਕੇ ਹਿਰਦੇ ਰਾਮ ਨਾ ਹੋਈ, ਜਿਹਦੇ ਹਿਰਦੇ ਵਿੱਚ ਪਰਮਾਤਮਾ ਨਹੀਂ ਵਸਦਾ ਉਹ ਨਿਰਧਨ ਆ। ਜਿਹਦੇ ਹਿਰਦੇ ਵਿੱਚ ਪਰਮਾਤਮਾ ਵਸਦਾ ਉਹ ਤਾਂ ਅਮੀਰ ਆ, ਉਹ ਤਾਂ ਕਿੰਨਾ ਕੁ ਅਮੀਰ ਆ। ਮਹਾਰਾਜ ਕਹਿੰਦੇ ਬ੍ਰਹਮ ਬਿੰਦੇ ਤਿਸ ਦਾ ਬ੍ਰਹਮਤ ਰਹੇ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ। ਇੱਕ ਖਜ਼ਾਨਾ ਨਹੀਂ, 9 ਖਜ਼ਾਨੇ ਵੱਡੇ ਗਿਣੇ ਗਏ ਨੇ ਸੰਸਾਰ ਦੇ। ਮਹਾਰਾਜ ਕਹਿੰਦੇ ਇਹ ਤਾਂ ਉਹਦੇ ਪਿੱਛੇ ਪਿੱਛੇ ਫਿਰਦੀਆਂ। ਸਿੱਧੀਆਂ ਮਤਲਬ ਕਰਾਮਾਤੀ ਸ਼ਕਤੀਆਂ ਉਹਦੇ ਕੋਲ ਹੁੰਦੀਆਂ ਨੇ। ਔਰ ਦੇਖੋ ਨੂੰ ਬੇਸ਼ੱਕ ਉਹ ਫੱਕੜ ਫਕੀਰ ਹੋਵੇ, ਕਿਉਂਕਿ ਇਹ ਜਿਹੜੇ ਫੱਕੜ ਫਕੀਰ ਹੁੰਦੇ ਆ ਨਾ, ਇਹ ਇਹਨਾਂ ਨੂੰ ਇਕੱਠਾ ਕਰਨ 'ਚ ਨਹੀਂ ਵਿਸ਼ਵਾਸ ਹੀ ਨਹੀਂ ਰੱਖਦੇ, ਕਿਉਂਕਿ ਇਹ ਪਰਮਾਤਮਾ ਦੇ ਸਾਰੇ ਨੂੰ ਆਪਣਾ ਹੀ ਸਮਝਦੇ ਨੇ। ਕਹਿੰਦੇ ਸਾਰੀ ਧਰਤੀ ਸਾਡੀ, ਸਾਰੀ ਹਵਾ ਸਾਡੀ, ਆਕਾਸ਼ ਸਾਡਾ, ਸਭ ਬਰਕਤਾਂ ਸਾਡੀਆਂ, ਸਾਰੇ ਲੋਕ, ਸਾਰੇ ਜਨ ਸਾਡੇ। ਸੋ ਇਹਨਾਂ ਦੀ ਤਾਂ ਬਾਣੀ 'ਚ ਇੰਨੀ ਸ਼ਕਤੀ ਹੁੰਦੀ ਹੈ, ਇੰਨੀ ਤਾਕਤ ਹੁੰਦੀ ਹੈ। ਸੋ ਬਾਣੀ ਵਿੱਚ ਬੜਾ ਭਗਤਾਂ ਦਾ, ਜਨਾਂ ਦਾ, ਸਾਧਾਂ ਦਾ, ਸੰਤਾਂ ਦਾ, ਉਹ ਜਿਨ੍ਹਾਂ ਨੇ ਹਿਰਦੇ 'ਚ ਪਰਮਾਤਮਾ ਵਸਾਏ ਆ, ਮੈਂ ਚੋਲੇ ਦੀ ਗੱਲ ਨਹੀਂ ਕਰ ਰਹੀ, ਇਹਨਾਂ ਹਿਰਦੇ 'ਚ ਪਰਮਾਤਮਾ ਨੇ ਵਸਾਏ ਆ। ਬਾਣੀ ਵਿੱਚ ਉਹਨਾਂ ਦਾ ਬੜਾ ਸਤਿਕਾਰ ਆ। ਮਹਾਰਾਜ ਕਹਿੰਦੇ ਆ ਦੁਨੀਆ ਨੂੰ ਮਾਰੇ ਮਾਰੇ ਫਿਰਨਾ ਪੈਂਦਾ, ਦਾਸੀ ਜਿਹੜੀ ਮਾਇਆ ਆ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਉਹ ਇਕੱਠਾ ਨਹੀਂ ਕਰਦੇ, ਜੇਬਾਂ ਨਹੀਂ ਭਰ ਕੇ ਨਹੀਂ ਰੱਖਦੇ, ਬੈਂਕ ਬੈਲੈਂਸ ਨਹੀਂ ਆਪਣੇ ਭਰ ਕੇ ਰੱਖਦੇ। ਉਹ ਸਾਰਾ ਹੀ ਉਹਨਾਂ ਦਾ ਹੀ ਹੈ, ਸਭ ਕੁਝ ਹੀ ਉਹਨਾਂ ਦਾ। ਉਹ ਤਾਂ ਸੰਕਲਪ ਕਰਦੇ ਨੇ, ਜਿਹੜਾ ਸੰਕਲਪ ਤੋਂ ਵੀ ਪਹਿਲਾਂ ਮਾਇਆ ਦਾਸੀ ਬਣੀ ਫਿਰਦੀ ਹੈ। ਐਕਚੁਅਲੀ ਸੰਗਤ ਜੀ, ਇਹ ਜਿਹੜੀ ਮਾਇਆ ਕਹਿ ਲਓ, ਲక్ష్ਮੀ ਕਹਿ ਲਓ, ਪੈਸਾ ਕਹਿ ਲਓ, ਸਾਡੇ ਸਾਰਿਆਂ ਦੀ ਦਾਸੀ ਹੈ, ਸਾਡੇ ਸਭ ਦੀ ਦਾਸੀ। ਪਰਮਾਤਮਾ ਨੇ ਸਾਡੀ ਸੇਵਾ ਚ ਲਾਈ ਹੈ ਇਹ ਸਾਰੇ ਜਾਣੇ। ਸਾਰੀ ਪ੍ਰਕਿਰਤੀ, ਲక్ష్ਮੀ ਵੀ ਜਿਹਨੂੰ ਆਪਾਂ ਦੇਵੀ ਕਹਿੰਦੇ ਆ, ਇਹ ਦੇਵ ਸ਼ਕਤੀਆਂ ਹੀ ਆ ਸਾਰੀਆਂ। ਗੁਰੂ ਮਹਾਰਾਜ ਨੇ ਵੀ ਬਾਣੀ ਵਿੱਚ ਕਿਹਾ ਨਾ, ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਦੇਵ ਮਤਲਬ ਦੇਣ ਵਾਲਾ। ਸੋ ਇਹ ਦੇ ਰਹੀਆਂ ਨੇ ਸ਼ਕਤੀਆਂ। ਲక్ష్ਮੀ ਨੂੰ ਦੇਵੀ ਅਸੀਂ ਕਹਿੰਦੇ ਕਿਉਂਕਿ ਉਹ ਦਿੰਦੀ ਆ। ਮਾਤਾ ਵੀ ਕਹਿ ਦਿੰਦੇ ਜਿਵੇਂ ਮਾਂ ਦੇਈ ਜਾਂਦੀ, ਇਹ ਵੀ ਦਿੰਦੀ, ਉਹ ਸਤਿਕਾਰ ਆ ਸਾਡਾ, ਅੱਛੀਆਂ ਗੱਲਾਂ ਇਹ। ਸੋ ਇਹ ਸਾਨੂੰ ਦੇ ਰਹੀਆਂ ਨੇ, ਇਹ ਸਾਡੀ ਸੇਵਾ ਵਿੱਚ ਨੇ ਇਹ ਸ਼ਕਤੀ। ਸੋ ਲక్ష్ਮੀ ਦਾ ਪੂਜਨ ਹਿੰਦੁਸਤਾਨ ਦੀ ਧਰਤੀ ਤੇ ਉੱਤੇ ਹੁੰਦਾ। ਤੇ ਹੁਣ ਗੁਰਮਤ ਜਾਂ ਧਾਰਮਿਕ ਗ੍ਰੰਥ ਉਹ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਵਿਜ਼ਡਮ ਨਾਲ ਬਹੁਤ ਜ਼ਰੂਰੀ ਆ, ਮਤਲਬ ਗਿਆਨ। ਅਗਰ ਗਿਆਨ ਤੋਂ ਬਿਨਾ ਕਿਸੇ ਕੋਲ ਇਹ ਬਰਕਤਾਂ ਆ ਗਈਆਂ, ਸ਼ਕਤੀਆਂ ਆ ਗਈਆਂ, ਸਮ੍ਰਿੱਧੀ ਆ ਗਈ, ਅਬੰਡੈਂਸ ਤਾਂ ਹੈ ਹੀ ਹੈ, ਪਰ ਉਹਦੇ ਕੋਲ ਅਗਰ ਆ ਗਿਆ ਉਹਦਾ ਮਿਸਯੂਜ਼ ਕਰੇਗਾ। ਸੋ ਇਸ ਕਰਕੇ ਜਿਹਨੂੰ ਸਰਸਵਤੀ ਗਿਆਨ ਦੀ ਦੇਵੀ ਕਿਹਾ ਜਾਂਦਾ, ਮਤਲਬ ਗਿਆਨ ਮਤਲਬ ਜਿਹੜਾ ਸਾਨੂੰ ਸੱਚਾ ਨੌਲੇਜ, ਸੱਚ ਦਾ ਗਿਆਨ ਜਿੱਥੋਂ ਮਿਲਦਾ। ਸੋ ਇਹਨਾਂ ਨੂੰ ਧਾਰਮਿਕ ਗ੍ਰੰਥਾਂ ਵਿੱਚ ਸਹੇਲੀਆਂ ਵੀ ਦੱਸਿਆ ਗਿਆ। ਤਾਂ ਉਹ ਇਹ ਸਿੰਬੋਲਿਕ ਹੁੰਦੀਆਂ ਨੇ ਚੀਜ਼ਾਂ। ਸਾਰਿਆਂ ਦੇ ਅੰਦਰ ਸਾਡੇ ਗਿਆਨ ਪਿਆ, ਸਾਰਿਆਂ ਦੇ ਅੰਦਰ ਸਮ੍ਰਿੱਧੀ ਪਈ ਆ। ਸੋ ਇਹ ਤਾਂ ਬਾਣੀ ਸਾਨੂੰ ਸੁਣਾਉਂਦੀ, ਤੇਰੇ ਅੰਦਰ ਹੀ ਆ। ਮਨ ਮੇਰੇ ਅੰਤਰ ਤੇਰੇ ਨਿਦਾਨ ਹੈ, ਤੂੰ ਬਾਹਰ ਵਸਤ ਨਾ ਪਾਵੇ। ਸੋ ਅੰਤਰ, ਅੱਜ ਅਸੀਂ ਆਪਣੀ ਸੋਚ ਬਦਲਾਂਗੇ, ਸੋਚ ਦੇ ਨਾਲ ਸਾਨੂੰ ਉਹ ਅਬੰਡੈਂਸ ਮਾਈਂਡ ਸੈਟ ਵਿੱਚ ਅਸੀਂ ਰਹਿ ਪਾਵਾਂਗੇ। ਤਾਂ ਉਹ ਹਰ ਵੇਲੇ ਬਰਕਤਾਂ ਵਿੱਚ ਜੀਵਾਂਗੇ, ਬਰਕਤਾਂ ਵਿੱਚ ਇੰਜੋਏ ਕਰਾਂਗੇ, ਹਰ ਤਰ੍ਹਾਂ ਦੀਆਂ ਬਰਕਤਾਂ, ਇਕੱਲਾ ਪੈਸਾ ਹੀ ਨਹੀਂ। ਸੋ ਇਹ ਜਦੋਂ ਸਾਡੀ ਵੀ ਦ੍ਰਿਸ਼ਟੀ ਸਾਧਾਂ ਵਰਗੀ, ਸਾਧ ਮਤਲਬ ਜਿਹਨੇ ਹਿਰਦੇ ਵਿੱਚ ਪਰਮਾਤਮਾ ਨੂੰ ਵਸਾਏ ਆ, ਭਗਤ ਮਤਲਬ ਜਿਹਨੇ ਹਿਰਦੇ 'ਚ ਪਰਮਾਤਮਾ ਦੀ ਬੰਦਗੀ ਆ, ਉੱਦਾਂ ਦੀ ਸਾਡੇ ਵੀ ਜਦੋਂ ਹਿਰਦੇ ਵਿੱਚ ਪਰਮਾਤਮਾ ਦਾ ਪ੍ਰੇਮ, ਉਹਦੀ ਯਾਦ, ਉਹਦੇ ਵਿੱਚ ਅਸੀਂ ਵਿਚਰਾਂਗੇ ਤਾਂ ਇਹ ਚੀਜ਼ਾਂ ਤਾਂ ਪਿੱਛੇ ਪਿੱਛੇ ਫਿਰਦੀਆਂ ਨੇ। ਪਰ ਭਗਤ, ਸਾਧ, ਸੰਤ, ਗੁਰੂ, ਪੀਰ, ਪੈਗੰਬਰ, ਔਲੀਆ, ਉਹ ਇਹਨਾਂ ਦੀ ਪਕੜ 'ਚ ਨਹੀਂ ਹੁੰਦੇ। ਇਹ ਤਾਂ ਇਹਨਾਂ ਦੇ ਚਰਨਾਂ 'ਚ ਆਉਂਦੀਆਂ ਵੀ ਤੁਹਾਡੇ ਚਰਨਾਂ ਨਾਲ ਲੱਗ ਕੇ ਸਾਡਾ ਵੀ ਕਲਿਆਣ ਹੋ ਜਾਏਗਾ।
ਤੁਸੀਂ ਸਾਨੂੰ ਹੁਕਮ ਕਰੋ, ਰਿੱਧੀਆਂ ਸਿੱਧੀਆਂ ਖੜੀਆਂ ਹੁੰਦੀਆਂ ਨੇ, ਹੁਕਮ ਕਰੋ ਅਸੀਂ ਕਿੱਥੇ ਸੇਵਾ ਕਰੀਏ ਤਾਂ ਕਿ ਸਾਡਾ ਵੀ ਕਲਿਆਣ ਹੋ ਜਾਵੇ। ਅਸੀਂ ਮਾਰੇ ਫਿਰਦੇ ਹਾਂ ਕਿਉਂਕਿ ਹਿਰਦੇ 'ਚ ਨਾਮ ਨਹੀਂ ਵਸਾਇਆ। ਇਹ ਸਾਰਾ ਨਿਚੋੜ ਆ, ਅੱਜ ਦਾ ਅਸੀਂ ਹਾਲੇ ਵਿਚਾਰਾਂ ਕਰਨੀਆਂ ਨੇ ਹੋਰ, ਲੇਕਿਨ ਇਹ ਨਿਚੋੜ ਆ ਕਿ ਕੋਈ ਹਿਰਦੇ ਵਿੱਚ ਪਰਮਾਤਮਾ ਨੂੰ ਅਸੀਂ ਨਹੀਂ ਵਸਾਇਆ, ਇਸ ਕਾਰਨ ਅਸੀਂ ਮਾਰੇ ਫਿਰਦੇ ਹਾਂ ਚੀਜ਼ਾਂ ਦੇ ਪਿੱਛੇ। ਔਰ ਜਿਹੜੇ ਵਸਾ ਲੈਂਦੇ ਨੇ ਉਹ ਨਿਸ਼ਚਿੰਤ ਨੇ, ਉਹ ਤ੍ਰਿਪਤ ਨੇ, ਸੰਤੋਖ ਵਿੱਚ ਨੇ, ਸਾਰਾ ਕੁਛ ਹੀ ਉਹਨਾਂ ਦਾ। ਬਾਣੀ ਦੇ ਨਿਰਣੇ ਨੇ, ਜੇ ਤੂੰ ਮੇਰਾ ਹੋਏ ਰਹੇ ਹੋ ਸਭ ਜੱਗ ਤੇਰਾ, ਸਭ ਕੁਛ ਹੀ ਸਾਡਾ ਹੈ। ਸੋ ਇਹ ਅੱਜ ਅਸੀਂ ਹੁਣ ਵਿਚਾਰਾਂ ਕਰੀਏ ਕਿ ਜਿਹੜੇ ਰਿਸਰਚਸ ਕਰਕੇ ਜਿਹੜੇ ਵੱਡੇ ਫਿਲਾਸਫਰ ਹੋਏ ਨੇ, ਮਨੋਵਿਗਿਆਨੀ ਹੋਏ ਨੇ, ਫਿਰ ਉਹਨਾਂ ਨੇ ਬਾਅਦ ਵਿੱਚ ਯੂਨੀਵਰਸਿਟੀਜ਼ ਦੇ ਵਿੱਚ ਵੀ ਇਹਨਾਂ ਦੇ ਉੱਤੇ ਜਿਹੜਾ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੇ ਇਹਨਾਂ ਉੱਤੇ ਕੰਮ ਕੀਤਾ, SFU ਵਾਲਿਆਂ ਨੇ ਵੀ, ਉਧਰ ਹਾਰਵਰਡ ਯੂਨੀਵਰਸਿਟੀ ਬੇਅੰਤ, ਤਾਂ ਉਹਨਾਂ ਨੇ ਫਿਰ ਜਿਹੜੇ ਕੁਝ ਸਿਧਾਂਤ ਕੱਢੇ ਨੇ, ਉਹਨਾਂ ਸਿਧਾਂਤਾਂ ਨੂੰ ਅੱਜ ਅਸੀਂ ਦੱਸੀਏ ਇਹ ਕਿਹੜੇ ਪ੍ਰਿੰਸੀਪਲਸ ਨੇ ਜਿਹੜੇ ਸਾਨੂੰ ਅਬੰਡੈਂਸ ਦੇ ਵਿੱਚ ਰੱਖਣਗੇ, ਸਾਡਾ ਮਾਈਂਡ ਸੈਟ ਹੋ ਜਾਏਗਾ। ਸਭ ਤੋਂ ਪਹਿਲਾਂ ਤਾਂ ਉਹ ਕਹਿੰਦੇ ਪ੍ਰਿੰਸੀਪਲ ਆਫ ਅਨਲਿਮਿਟਿਡ ਅਬੰਡੈਂਸ। ਇਹ ਪਰਮਾਤਮਾ ਦਾ ਜਿਹੜਾ ਪਸਾਰਾ ਆ, ਇਹਦੇ ਵਿੱਚ ਬੇਅੰਤ ਅਨਲਿਮਿਟਿਡ ਆ, ਇੰਨਾ ਕੁ ਕੁਛ ਆ। ਇੱਦਾਂ ਦੀ ਅਗਰ ਅਸੀਂ ਸੋਚ ਰੱਖਾਂਗੇ, ਉਹ ਦੇਖ ਕੇ ਉਹਦੇ ਪਸਾਰੇ ਨੇ, ਜਿਵੇਂ ਪਹਿਲਾਂ ਅਸੀਂ ਵਿਚਾਰਾਂ ਕੀਤੀਆਂ ਨੇ, ਸੋ ਮਹਾਰਾਜ ਸਾਨੂੰ ਬਾਣੀ ਵਿੱਚ ਕਿੰਨਾ ਸਮਝਾਉਂਦੇ ਨੇ ਵੀ ਇੰਨਾ ਕੁਛ ਆ ਇਸ ਪਸਾਰੇ ਦੇ ਵਿੱਚ। ਜਦੋਂ ਅਸੀਂ ਉਹ ਦੇਖਣ ਲੱਗ ਜਾਵਾਂਗੇ ਨਾ, ਤਾਂ ਅਸੀਂ ਵੀ ਅਬੰਡੈਂਸ ਮਾਈਂਡ ਸੈਟ ਵਿੱਚ ਰਹਿਣ ਲੱਗ ਜਾਵਾਂਗੇ। ਇਹਨੂੰ ਆਪਾਂ ਬਿਲਕੁਲ ਸੌਖਾ ਕਰਕੇ ਦੇਖੀਏ ਵੀ ਕਿੰਨਾ ਕਈ ਜਿਹੜਾ ਡਿਵਾਈਨ ਅਰੇਂਜਮੈਂਟ ਆ ਹਰ ਜਗ੍ਹਾ, ਹਰ ਇੱਕ ਦੇ ਲਈ। ਜਦੋਂ ਬੱਚਾ ਇਸ ਧਰਤੀ ਤੇ ਆਉਂਦਾ ਹੈ, ਹਲੇ ਬਾਹਰ ਨਹੀਂ ਆਇਆ, ਆਪਣੇ ਮਾਂ ਦੇ ਪੇਟ ਚੋਂ ਬਾਹਰ ਨਹੀਂ ਆਇਆ ਬੱਚਾ, ਉਹਨੇ ਜਨਮ ਨਹੀਂ ਲਿਆ, ਮਾਂ ਦੇ ਗਰਭ 'ਚ ਹੀ ਆਇਆ, ਤਾਂ ਪਰਮਾਤਮਾ ਦਾ ਇਹੋ ਜਿਹਾ ਸਿਸਟਮ ਹੈ ਕਿ ਮਾਂ ਦੇ ਸਤਨਾਂ ਦੇ ਵਿੱਚ ਦੁੱਧ ਪਰਮਾਤਮਾ ਬਣਾਉਣਾ ਸ਼ੁਰੂ ਕਰ ਦਿੰਦਾ। ਕਿ ਉਹ ਮਾਂ ਬਣਾ ਸਕਦੀ ਹੈ? ਨਹੀਂ। ਕੋਈ ਦੁਨੀਆ ਦੀ ਮਸ਼ੀਨ ਉਹ ਕਰ ਸਕਦੀ ਹੈ ਇਹੋ ਜਿਹਾ ਸਿਸਟਮ? ਨਹੀਂ। ਸੋ ਇਹ ਅਨਲਿਮਿਟਿਡ ਜਿਹੜਾ ਪਰਮਾਤਮਾ ਦਾ ਇਹ ਪਸਾਰਾ ਹੈ ਨਾ, ਉਹ ਪਹਿਲਾਂ ਹੀ ਪ੍ਰਬੰਧ ਕੀਤਾ। ਪੱਥਰਾਂ ਵਿੱਚ ਅਸੀਂ ਬਾਣੀ 'ਚ ਪੜ੍ਹਦੇ ਹਾਂ, ਪੱਥਰਾਂ 'ਚ ਰਿਜ਼ਕ ਦਿੰਦਾ, ਤੂੰ ਜਲ ਵਿੱਚ ਦਿੰਦਾ, ਤੂੰ ਪਸੀਨੇ ਵਿੱਚ ਦਿੰਦਾ, ਅੰਡਰ ਜੇਰੇ ਸਿਤ ਜੋਤ, ਸਾਰੀ ਜਗ੍ਹਾ। ਇਸ ਦ੍ਰਿਸ਼ਟੀ ਨਾਲ ਦੇਖਾਂਗੇ ਤਾਂ ਸਾਡੀ ਜਿਹੜੀ ਦ੍ਰਿਸ਼ਟੀ ਬਹੁਤ ਬੇਅੰਤ ਸਾਡੀ ਰਹੂਗੀ, ਅਬੰਡੈਂਸ ਵਾਲਾ ਸਾਡਾ ਮਾਈਂਡ ਸੈਟ ਰਹੇਗਾ। ਤਾਂ ਦੂਸਰਾ ਉਹ ਕਹਿੰਦੇ ਨੇ ਵੀ ਜਿਹੜਾ ਲਾਅ ਹੈਗਾ ਆ, ਇਹ ਹੈ ਪ੍ਰਿੰਸੀਪਲ ਆਫ ਫਲੋ। ਲਕਸ਼ਮੀ ਨੂੰ, ਪੈਸੇ ਨੂੰ, ਸਮਰਿੱਧੀ ਨੂੰ ਚਲਾਏਮਾਨ ਗਿਣਿਆ ਗਿਆ ਧਰਮ ਗ੍ਰੰਥਾਂ ਵਿੱਚ, ਇੱਕ ਜਗ੍ਹਾ ਨਹੀਂ ਇਹ ਠਹਿਰਦੀ। ਇਹ ਸਾਨੂੰ ਵੀ ਸਾਰਿਆਂ ਨੂੰ ਪਤਾ ਹੈ। ਸੋ ਇਹ ਜਿਹੜਾ ਇਹਦੇ ਚਲਾਏਮਾਨ ਦੇ ਨਾਲ ਹੀ ਜਿਹੜਾ ਸਮਾਜ ਚੱਲਦਾ ਹੈ। ਇਹ ਸੱਥ ਨੇ ਕਮਾਇਆ, ਉਹਦੀਆਂ ਚੀਜ਼ਾਂ ਲਈਆਂ, ਵਰਤਿਆ ਗਿਆ, ਇੱਧਰੋਂ ਇੱਦਾਂ ਕਰਕੇ ਜਿਹੜਾ ਸਮਾਜ ਚੱਲਦਾ, ਇਹ ਚੰਚਲਾ ਵੀ ਇਹਨੂੰ ਕਹਿੰਦੇ ਆ, ਇਹ ਚਲਾਏਮਾਨ ਆ। ਸੋ ਕਹਿੰਦੇ ਅਗਰ ਤੁਸੀਂ ਇਸ ਫਲੋ ਦੇ ਨਾਲ, ਤੁਹਾਡੇ ਕੋਲ ਪੈਸਾ ਤੁਸੀਂ ਕਮਾ ਰਹੇ ਹੋ, ਤੁਹਾਡੇ ਘਰ 'ਚ ਹੈ, ਅਗਰ ਤੁਸੀਂ ਉਹਨੂੰ ਵਰਤਦੇ ਹੋ, ਵੰਡਦੇ ਹੋ, ਤੇ ਉਹ ਜਿਹੜਾ ਆ ਉਹ ਹੋਰ ਬਰਕਤ ਲੈ ਕੇ ਆਉਂਦਾ। ਜਿਹੜੇ ਜਮਾਖੋਰੀ ਕਰ ਲੈਂਦੇ ਨੇ, ਸੋ ਉਹ ਨਾ ਤਾਂ ਖੁਦ ਵਰਤ ਪਾਉਂਦੇ ਨੇ, ਔਰ ਮਰ ਜਾਂਦੇ ਨੇ ਬਾਅਦ 'ਚ, ਫਿਰ ਪਰਿਵਾਰ ਵਰਤੇਗਾ ਜਾਂ ਲੋਕ ਵਰਤੇਗਾ ਜਾਂ ਸਰਕਾਰਾਂ ਵਰਤਦੀਆਂ ਨੇ ਫਿਰ ਉਹਨਾਂ ਦਾ। ਸੋ ਉਹ ਕਹਿੰਦੇ ਨੇ ਇਹਦਾ ਸੁਭਾਅ ਆ। ਅਗਰ ਤੁਸੀਂ ਉਹਨੂੰ ਫਲੋ ਵਿੱਚ ਨਹੀਂ ਬਹਿਣ ਦਿੰਦੇ, ਫਿਰ ਕੀ ਹੋਏਗਾ? ਉਹਦੇ 'ਚੋਂ ਬਦਬੂ ਆਏਗੀ, ਮਤਲਬ ਉਹਦੀ ਉਹ ਐਨਰਜੀ, ਉਹ ਅਬੰਡੈਂਸ ਵਾਲੀ ਐਨਰਜੀ ਉਹਦੀ ਨਹੀਂ ਰਹਿ ਪਾਵੇਗੀ। ਸੋ ਮਤਲਬ ਚੰਗਾ ਤੁਸੀਂ ਪੈਸਾ ਆਪਣਾ ਕਮਾ ਰਹੇ ਹੋ, ਉਹਦੇ ਵਿੱਚੋਂ ਕੁਛ ਇਨਵੈਸਟ ਕਰ ਲਓ, ਕੁਛ ਪ੍ਰਾਪਰਟੀ ਲੈ ਲਓ, ਕੁਛ ਘਰ ਦਾ ਸਮਾਨ ਲੈ ਲਓ, ਘਰ ਲੈ ਲਓ, ਮਤਲਬ ਲੋੜ ਦੀਆਂ ਚੀਜ਼ਾਂ ਆਪਣੀਆਂ ਲਓ, ਕੁਛ ਲੋੜਵੰਦ ਨੂੰ ਵੰਡ ਦਿਓ, ਜਿਹਨੂੰ ਦਸਵੰਧ ਕੱਢਣਾ ਬਾਣੀ ਦੇ ਵਿੱਚ ਸਾਨੂੰ ਵਾਰ-ਵਾਰ ਗੁਰੂ ਮਹਾਰਾਜ ਨੇ ਸਾਨੂੰ ਦਸਵੰਧ ਕੱਢਣ ਲਈ ਕਿੰਨੇ ਹੁਕਮਨਾਮੇ ਦਿੱਤੇ ਨੇ, ਔਰ ਬਾਣੀ ਵਿੱਚ ਵੀ ਵੰਡਣ ਦਾ ਜਿਹੜਾ ਇੰਨਾ ਕੁ ਸਿਧਾਂਤ ਦਿੱਤਾ। ਇਹ ਐਨਰਜੀ ਜਿਹੜਾ ਫਲੋ ਦੇ ਪ੍ਰਿੰਸੀਪਲ ਨਾਲ ਹੀ ਚੱਲਦਾ। ਗੁਰੂ ਨਾਨਕ ਸੱਚੇ ਪਾਤਸ਼ਾਹ ਖੁਦ ਚੱਲ ਕੇ ਗਏ, ਵੱਡੇ ਜਿਨ੍ਹਾਂ ਨੇ ਜਮਾਖੋਰੀ ਕੀਤੀ ਹੋਈ ਸੀਗੀ, ਉਹਨਾਂ ਦੇ ਕੋਲ ਮਹਾਰਾਜ ਜੀ ਗਏ ਨੇ, ਜਿਹੜੇ ਸੇਠ ਦੁਨੀ ਚੰਦ ਦੇ ਕੋਲ ਗਏ ਨੇ, ਭਾਈ ਤੂੰ ਵੰਡ, ਤੇਰਾ ਤਾਂ ਕਲਿਆਣ ਹੋਏਗਾ। ਇਹ ਬਹੁਤ ਜ਼ਰੂਰੀ ਹੈ ਸੰਗਤ ਜੀ। ਅਸੀਂ ਦਸਵੰਧ ਵੀ ਕੱਢ ਕੇ, ਕਈਆਂ ਦਾ ਮਨ ਨਹੀਂ ਹੁੰਦਾ ਵੀ ਅਸੀਂ ਨਾ ਕੱਢੀਏ। ਵੰਡਣਾ ਤਾਂ ਗੁਰੂ ਮਹਾਰਾਜ ਨੇ ਇੰਨਾ ਸਿਖਾਇਆ ਕਿ ਵੰਡਦੇ ਹੀ ਰਹੋ, ਲਿਵਿੰਗ ਇਜ਼ ਗਿਵਿੰਗ ਹੋ ਜਾਵੇ, ਵੰਡਣਾ ਹੀ ਜੀਵਨ ਹੋ ਜਾਵੇ। ਔਰ ਵੰਡਣ ਦੇ ਨਾਲ ਸੰਗਤ ਜੀ ਕੀ ਹੁੰਦਾ, ਜਦੋਂ ਫਲੋ ਦੇ ਵਿੱਚ ਸਾਡਾ ਇਹ ਪੈਸਾ ਚੱਲਦਾ ਆ, ਕੋਈ ਵੀ ਚੀਜ਼ਾਂ ਅਸੀਂ ਵੰਡਦੇ ਹਾਂ, ਇਹ ਅੱਜ ਅਸੀਂ ਪੈਸੇ ਦੀ ਜ਼ਿਆਦਾ ਗੱਲ ਕਰ ਰਹੇ ਹਾਂ, ਵੈਸੇ ਤਾਂ ਵੰਡਣਾ ਸਾਰਾ ਕੁਝ ਹੁੰਦਾ, ਪ੍ਰੇਮ ਵੰਡੋ, ਸ਼ਾਂਤੀ ਵੰਡੋ, ਸੁੱਖ ਵੰਡੋ, ਪਰ ਜ਼ਿਆਦਾ ਪੈਸੇ ਤੇ ਫੋਕਸ ਇਸ ਕਾਰਨ ਵੀ ਅੱਜ ਕੀਤਾ ਜਾ ਰਿਹਾ
क्योंकि संसार में थोड़े हालात ਇਹੋ ਜਿਹੇ ਹੋਏ ਨੇ ਸਾਰਿਆਂ ਨੂੰ ਡਰ ਫਿਕਰ ਆ ਵੀ ਪਤਾ ਨਹੀਂ ਕੀ ਬਣੇਗਾ, ਇਕਨੋਮੀ ਦਾ ਕੀ ਬਣੇਗਾ। ਨਹੀਂ, ਇਹ ਬੇਅੰਤ ਆ, ਇੱਥੇ ਆਪੇ ਹੀ ਪ੍ਰਬੰਧ ਹੋ ਜਾਣੇ ਸਾਰੇ। ਅਗਰ ਇਹ ਸੋਚ ਰੱਖਾਂਗੇ ਮਿਹਨਤ ਅਸੀਂ ਜ਼ਰੂਰ ਕਰਨੀ ਆ ਤਾਂ ਪ੍ਰਬੰਧ ਹੋ ਕੇ ਹੀ ਰਹਿਣਗੇ, ਸਭ ਦੇ ਹੀ ਹੋਣਗੇ। ਪਰਮਾਤਮਾ ਨੂੰ ਸਭ ਦੀ ਚਿੰਤਾ ਹੈ। ਸੋ ਗੁਰੂ ਮਹਾਰਾਜ ਜੀ ਚੱਲ ਚੱਲ ਕੇ ਗਏ, ਭਾਈ ਤੁਸੀਂ ਵੰਡੋ ਵੰਡੋ, ਵੰਡਣ ਨਾਲ ਤੁਹਾਡਾ ਕਲਿਆਣ ਹੁੰਦਾ। ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵਚਨ ਕੀ ਨੇ? ਘਾਲ ਖਾਏ ਕੇ ਛੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਤੁਸੀਂ ਆਪਣੀ ਸੱਚੀਆਂ ਕਿਰਤ ਕਮਾਈਆਂ ਕਰੋ, ਫਿਰ ਹੱਥੋਂ ਵੰਡੋ, ਤਾਂ ਉਹ ਜਿਹਦਾ ਜੀਵਨ ਇਹੋ ਜਿਹਾ, ਉਹਨੇ ਤਾਂ ਅਸਲੀ ਰਾਹ ਹੀ ਪਛਾਣ ਲਿਆ ਆਪਣੇ ਕਲਿਆਣ ਦਾ। ਕਿਉਂਕਿ ਵੰਡਣ ਦੇ ਨਾਲ ਕੀ ਹੁੰਦਾ ਸੰਗਤ ਜੀ, ਹੋਰ ਬਾਣੀ ਦੀ ਪੰਕਤੀ ਨੂੰ ਸਮਝੀਏ, ਫਿਰ ਇਹਨੂੰ ਆਪਾਂ ਜੀਵਨ ਵਿੱਚ ਦੇਖਾਂਗੇ। ਮਹਾਰਾਜ ਕਹਿੰਦੇ ਨੇ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਜਿਹੜਾ ਆਪਣੇ ਸਰੀਰ 'ਚ ਰਹਿੰਦੇ ਆ ਪੁੰਨ ਦਾਨ ਕਰਦਾ, ਮਤਲਬ ਵੰਡਦਾ ਆ, ਉਹ ਗ੍ਰਸਤੀ ਤਾਂ ਗੰਗਾ ਦੇ ਨੀਰ ਵਰਗਾ ਪਵਿੱਤਰ ਹੋ ਜਾਂਦਾ। ਕਾਰਨ ਕੀ ਆ? ਇਹ ਪੈਸਾ ਵੀ ਇਹ ਇੱਕ ਐਨਰਜੀ ਆ, ਹਰ ਚੀਜ਼ ਐਨਰਜੀ ਆ, ਅਸੀਂ ਵੀ ਐਨਰਜੀ, ਸਭ ਕੁਝ ਉਹਦਾ ਸਾਰਾ ਪਸਾਰਾ ਇੱਕ ਐਨਰਜੀ ਹੈ। ਉਹ ਜਦੋਂ ਅਸੀਂ ਵੰਡਦੇ ਹਾਂ ਤਾਂ ਉਹ ਐਨਰਜੀ, ਜਿਹੜੇ ਸਾਡੇ ਕੁਛ ਨੈਗੇਟਿਵਿਟੀ ਹੁੰਦੀ, ਸਾਡੇ ਦੁੱਖ, ਸਾਡੇ ਰੋਗ, ਸਾਡੇ ਕਸ਼ਟ, ਸਾਡੇ ਵਿਘਨ, ਉਹਦੇ ਥਰੂ ਹੋ ਜਾਂਦੇ ਨੇ। ਔਰ ਫਿਰ ਉਹ ਦੁਆਵਾਂ ਹੋ ਕੇ, ਕਿਸੇ ਦਾ ਕਾਰਜ ਸਵਾਰ ਕੇ, ਉਹ ਜਦੋਂ ਉਹ ਪੈਸਾ ਜਿਹੜਾ ਆ ਉਹ ਸਾਡੇ ਕੋਲ ਹੋਰ ਬਰਕਤਾਂ ਲੈ ਕੇ ਵੀ ਆਉਂਦਾ, ਸਾਡੇ ਕੋਲ ਸੁੱਖ ਸ਼ਾਂਤੀ ਖੁਸ਼ੀਆਂ ਕਿਹੜੇ ਵੀ ਲੈ ਕੇ ਆਉਂਦਾ। ਇਸ ਕਾਰਨ ਮਹਾਰਾਜ ਨੇ ਫਿਕਸ ਕਰ ਦਿੱਤਾ ਸੀ ਵੀ 10ਵਾਂ ਹਿੱਸਾ ਦਾ ਸਿੱਖ ਆਪਣਾ ਦਸਵੰਧ ਕੱਢੇ ਹੀ ਕੱਢੇ। ਇੱਥੋਂ ਹੀ ਮੈਨੂੰ ਇੱਕ ਸੰਗਤ ਨੇ ਕੁਐਸਚਨ ਕੀਤਾ ਸੀ, ਮੈਂ ਹੁਣੇ ਆਪ ਜੀ ਨਾਲ ਸ਼ੇਅਰ ਕਰ ਲਵਾਂ, ਫਿਰ ਉਹ ਮਾਈਂਡ ਚੋਂ ਨਿਕਲ ਸਕਦਾ। ਉਹਨਾਂ ਨੇ ਕਿਹਾ ਸੀ ਵੀ ਆ ਜਿਹੜਾ ਵੰਡਣ ਦਾ, ਉਹ ਕਹਿੰਦੇ ਅਸੀਂ ਕਿਸੇ ਦੇ ਵਚਨ ਸੁਣੇ ਸਨ, ਉਹਨਾਂ ਨੇ ਕਿਹਾ ਵੀ ਜਿਹੜਾ ਵੰਡਣਾ ਆ ਨਾ, ਇਹ ਉੱਥੇ ਹੀ ਵੰਡੋ ਜਿੱਥੇ ਸਿਰਫ ਮਤਲਬ ਕੋਈ ਧਾਰਮਿਕ ਕੰਮ ਹੋ ਰਹੇ ਨੇ, ਸਿਰਫ ਉੱਥੇ ਵੰਡੋ। ਕਿਉਂਕਿ ਜਦੋਂ ਤੁਸੀਂ ਗਰੀਬਾਂ ਨੂੰ ਵੰਡਦੇ ਹੋ, ਭੁੱਖਿਆਂ ਨੂੰ ਵੰਡਦੇ ਹੋ, ਬਿਮਾਰਾਂ ਨੂੰ ਵੰਡਦੇ ਹੋ, ਫਿਰ ਤੁਹਾਡਾ ਧਿਆਨ ਲੈਕ ਵੱਲ ਜਾਂਦਾ ਤੇ ਤੁਹਾਡੀ ਜ਼ਿੰਦਗੀ 'ਚ ਕਮੀਆਂ ਆ ਜਾਂਦੀਆਂ। ਇਹ ਬਹੁਤ ਵੱਡਾ ਭੁਲੇਖਾ ਸੰਗਤ ਜੀ, ਇਹਨੂੰ ਸਮਝੋ। ਇੱਕ ਮਾਂ ਦੇ 2 ਬੱਚੇ ਨੇ, ਇੱਕ ਬੱਚਾ ਉਹਦਾ ਬਹੁਤ, ਉਹਦੇ ਕੋਲ ਚਲੋ ਮੰਨ ਲਓ ਰਾਜਿਆਂ ਵਰਗਾ ਉਹਦੇ ਜੀਵਨ ਹੈ, ਇੱਕ ਬੱਚੇ ਦੇ ਘਰ 'ਚ ਰੋਟੀ ਵੀ ਨਹੀਂ ਪੱਕ ਰਹੀ। ਸੋ ਮਾਂ ਦਾ ਕਿਹਦੇ ਵੱਲ ਨੂੰ ਜ਼ਿਆਦਾ ਧਿਆਨ ਜਾਏਗਾ? ਜਿਹਦੇ ਘਰ ਰੋਟੀ ਵੀ ਨਹੀਂ ਪੱਕ ਰਹੀ। ਇਦਾਂ ਹੀ ਪਰਮਾਤਮਾ ਮਾਂ ਆ, ਉਹਦਾ ਕਿੱਥੇ ਧਿਆਨ ਜਾਏਗਾ? ਜਿਹੜੇ ਗਰੀਬ ਨੇ, ਜਿਹੜੇ ਲੋੜਵੰਦ ਨੇ, ਜਿਹੜੇ ਨੀਡੀ ਨੇ। ਸੋ ਉੱਥੇ ਜਦੋਂ ਅਸੀਂ ਸੇਵਾ ਕਰਦੇ ਹਾਂ, ਉਹ ਧਾਰਮਿਕ ਕਾਰਜਾਂ ਵਿੱਚ ਵੀ ਕਰਨੀ ਹੈ, ਹਰ ਜਗ੍ਹਾ ਹੀ ਕਰਨੀ ਹੈ। ਉੱਥੇ ਸੇਵਾ ਕਰਦੇ ਸਿੱਧੀ ਪਰਮਾਤਮਾ ਦੀ ਦ੍ਰਿਸ਼ਟੀ ਹੁੰਦੀ ਸਾਡੇ ਉੱਤੇ। ਗੁਰੂ ਮਹਾਰਾਜ ਦੀ ਬਾਣੀ ਵਿੱਚ ਵੀ ਵਚਨ ਨੇ, ਮਹਾਰਾਜ ਕਹਿੰਦੇ ਜਿੱਥੇ ਨੀਚ ਸੰਭਾਲੀਏ ਉੱਥੇ ਨਦਰ ਤੇਰੀ ਬਖਸ਼ੀਸ਼। ਪਰਮਾਤਮਾ ਜਿਹੜੇ ਨੀਵਿਆਂ ਦੇ ਨਾਲ ਸਹਿਯੋਗ ਕਰਦੇ ਨੇ, ਉਹਨਾਂ ਦੀ ਸੇਵਾ ਕਰਦੇ ਨੇ, ਹੈਲਪ ਕਰਦੇ ਨੇ, ਉੱਥੇ ਤਾਂ ਤੇਰੀ ਬਖਸ਼ਿਸ਼, ਤੇਰੀ ਨਜ਼ਰ ਪੈ ਜਾਂਦੀ ਉਹਨਾਂ ਦੇ ਉੱਤੇ। ਸੋ ਇਹ ਮਹਾਰਾਜ ਕਹਿੰਦੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਸੋ ਆਪਣਾ ਇਹ ਵੰਡੋ, ਵੰਡਣ ਵਾਲੇ ਨੂੰ ਹੋਰ ਬਰਕਤਾਂ ਲੈ ਕੇ ਪੈਸਾ ਧਨ ਜਿਹੜਾ ਆਉਂਦਾ। ਔਰ ਅੱਜ ਸੰਸਾਰ ਨੂੰ, ਸਮਾਜ ਨੂੰ ਜ਼ਰੂਰਤ ਆ ਬਹੁਤ ਜਾਣੀ, ਤੇ ਬਹੁਤ ਜਿਹੜੇ ਵੰਡ ਵੀ ਰਹੇ ਨੇ, ਵੱਧ ਤੋਂ ਵੱਧ ਸੇਵਾ ਕਰੋ ਜਿੰਨੀ ਵੀ ਤੁਸੀਂ ਕਰ ਸਕਦੇ ਹੋ। ਅਗਲਾ ਹੈਗਾ ਆ ਜਿਹੜਾ ਪ੍ਰਿੰਸੀਪਲ ਆਫ ਵੈਕਿਊਮ, ਸ਼ੂਨਿਆ ਦਾ ਸਿਧਾਂਤ। ਤਾਂ ਇਹ ਬਹੁਤ ਜ਼ਰੂਰੀ ਹੈ ਸੰਗਤ ਜੀ। ਇਹਦੇ ਵਿੱਚ ਕੀ ਹੁੰਦਾ ਆ ਕਿ ਅਸੀਂ ਮਤਲਬ ਪਹਿਲਾਂ ਖਾਲੀ ਤਾਂ ਕਰੋ, ਜਗ੍ਹਾ ਤਾਂ ਬਣਾਓ। ਘਰ 'ਚ ਮੰਨ ਲਓ ਅਸੀਂ ਬੈੱਡ ਲੈ ਕੇ ਆਉਣਾ ਆ, ਤੇ ਉਹਦੇ ਲਈ ਜਗ੍ਹਾ ਬਣਾਵਾਂਗੇ ਤਾਂ ਹੀ ਉੱਥੇ ਰੱਖ ਪਾਵਾਂਗੇ। ਸੋਫਾ ਲੈ ਕੇ ਆਉਣਾ, ਜਗ੍ਹਾ ਬਣਾਵਾਂਗੇ ਤਾਂ ਹੀ ਰੱਖ ਪਾਵਾਂਗੇ। ਸੋ ਆਪਣੀ ਪਹਿਲਾਂ ਉਹ ਜਗ੍ਹਾ ਬਣਾਓ। ਇਹਦੇ ਵੀ ਵੰਡਣ ਦਾ ਹੀ ਸਿਧਾਂਤ ਆਈ ਜਾਣਾ ਨਾਲ, ਵੰਡਣ ਵਾਲੇ ਕੋਲੇ ਬਰਕਤਾਂ ਆਉਂਦੀਆਂ। ਸੋ ਆਪਣੀਆਂ ਘਰ ਦੀਆਂ ਉਹ ਚੀਜ਼ਾਂ ਕੱਢ ਦਿਓ ਜਿਹੜੀਆਂ ਤੁਸੀਂ ਨਹੀਂ ਵਰਤਦੇ, ਜਗ੍ਹਾ ਖਾਲੀ ਹੋਏਗੀ। ਇਹ ਪਰਮਾਤਮਾ ਦਾ ਇੱਕ ਵਿਧੀ ਦਾ ਬਣਾ ਨੇ, ਖਾਲੀ ਜਗ੍ਹਾ ਨੇ ਭਰਨਾ ਹੀ ਭਰਨਾ। ਉੱਥੇ ਆਪਣੇ ਆਪ ਹੀ ਫਿਰ ਆਉਣਾ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਸੋ ਵੰਡੋ। ਕਿੰਨੇ ਕਿੰਨੇ ਸਾਲਾਂ ਦੀਆਂ ਚੀਜ਼ਾਂ ਸਟੋਰ ਕਰਕੇ ਰੱਖੀਆਂ ਜਿਹੜੀਆਂ ਤੁਸੀਂ ਵਰਤਦੇ ਹੀ ਨਹੀਂ। ਔਰ ਮੈਂ ਕੈਂਪ ਵਿੱਚ ਜ਼ਰੂਰ ਸੰਗਤ ਨੂੰ ਕਹਿੰਦੀ ਹੁੰਦੀ, ਅੱਜ ਵੀ ਆਪ ਜੀ ਨੂੰ ਬੇਨਤੀ ਕਰਦੀ ਹਾਂ ਕਿ ਹਰ 6 ਮਹੀਨਿਆਂ ਬਾਅਦ ਆਪਣੇ ਘਰ ਨੂੰ ਸਾਰਾ ਦੇਖਿਆ ਕਰੋ, ਚੈੱਕ ਕਰਿਆ ਕਰੋ। ਜੋ ਚੀਜ਼ਾਂ ਤੁਸੀਂ ਨਹੀਂ ਵਰਤਣੀਆਂ, ਤੁਹਾਨੂੰ ਪਤਾ 2-3 ਸਾਲਾਂ ਤੋਂ ਅਸੀਂ ਨਹੀਂ ਵਰਤ ਰਹੇ, ਅਸੀਂ ਵਰਤਣੀਆਂ ਹੀ ਨਹੀਂ, ਕਿਸੇ ਲੋੜਵੰਦ ਨੂੰ ਦਿਓ, ਉਹਦੇ ਕੰਮ ਆਉਣਗੀਆਂ। ਤੁਹਾਡੇ ਵੀ ਘਰ 'ਚ ਬਰਕਤ ਆ ਜਾਏਗੀ, ਉਹਦਾ ਕੰਮ ਬਣੇਗਾ, ਤੁਹਾਨੂੰ ਵੀ ਬਲੈਸਿੰਗਸ ਆ ਜਾਣਗੀਆਂ, ਅਸੀਸਾਂ ਆ ਜਾਣਗੀਆਂ। ਸੋ ਇਹ ਵੀ ਵੰਡਣ ਦਾ ਜਿਹੜਾ ਸਿਧਾਂਤ ਹੈ, ਵੰਡੀ ਜਾਓ, ਕਿਉਂਕਿ ਖਾਲੀ ਕਰਨਾ ਬਹੁਤ ਜ਼ਰੂਰੀ ਹੈ। ਤੁਸੀਂ ਦੇਖੋ, ਅਗਰ ਅਸੀਂ ਪੇਟ ਵਿੱਚ ਹੀ ਪਾਈ ਜਾਈਏ, ਉਹ ਨਿਕਲੇ ਹੀ ਨਾ, ਕੀ ਹੋ ਜਾਏਗਾ ਸਾਡਾ ਹਾਲਤ? ਫ੍ਰਿਜ ਵਿੱਚ ਅਸੀਂ ਸਮਾਨ ਲਿਆ ਕੇ ਰੱਖੀ ਜਾਈਏ, ਵਰਤੀਏ ਹੈ ਨਾ, ਉਹ 'ਚੋਂ ਕੱਢੀਏ ਹੀ ਨਾ, 10 ਦਿਨਾਂ ਬਾਅਦ ਬਦਬੂ ਆਉਣ ਲੱਗ ਜਾਏਗੀ।
सोचदा भी घर च ਜਿਹੜੀਆਂ ਚੀਜ਼ਾਂ ਨਹੀਂ ਵਰਤਦੇ, ਮਤਲਬ ਇੱਥੇ ਮਤਲਬ ਹੈ ਕਿ ਉਹਨਾਂ ਦੀ એનર્ਜੀ ਜਿਹੜੀ ਹੈ ਉਹ ਚੰਗੀ એનર્ਜੀ ਨਹੀਂ ਰਹਿ ਜਾਂਦੀ। ਫਿਰ ਕੋਈ ਵੰਡੇ ਵਰਤੇ ਉਹ ਚੰਗੀ એનર્ਜੀ ਹੁੰਦੀ, ਪੋਜ਼ਿਟਿਵ એનર્ਜੀ ਹੁੰਦੀ। ਇਹ ਰਿਸਰਚਰਸ ਕਹਿ ਰਹੀਆਂ ਨੇ ਸੰਗਤ ਜੀ। ਹੋਰ ਉਹ ਸਿਧਾਂਤ ਉਹ ਦੱਸਦੇ ਨੇ, ਪ੍ਰਿੰਸੀਪਲ ਆਫ ਇੰਟੈਂਸ਼ਨ। ਕਿਸੇ ਵੀ ਕੰਮ ਦੇ ਪਿੱਛੇ ਤੁਹਾਡੀ ਇੰਟੈਂਸ਼ਨ ਕੀ ਹੈ? ਮੰਨ ਲਓ ਆਪਾਂ ਸੇਵਾ ਹੀ ਕਰ ਰਹੇ ਹਾਂ, ਦਸਵੰਧ ਹੀ ਕੱਢ ਰਹੇ ਹਾਂ, ਕਿਸੇ ਨੂੰ ਦੇ ਰਹੇ ਹਾਂ ਕਿਸੇ ਵੀ ਰੂਪ ਦੇ ਵਿੱਚ, ਉਹਦੇ ਪਿੱਛੇ ਸਾਡੀ ਇੰਟੈਂਸ਼ਨ ਕੀ ਹੈ? ਇੱਕ ਇੰਟੈਂਸ਼ਨ ਇਹ ਆ ਵੀ ਮੈਨੂੰ ਮਾਣ ਛੰਨ ਵਡਿਆਈਆਂ ਮਿਲ, ਕੀ ਇਹ ਇੰਟੈਂਸ਼ਨ ਠੀਕ ਹੈ? ਅਸੀਂ ਕਿੱਥੋਂ ਲੈ ਕੇ ਆਏ? ਇਸੇ ਉਹਦੇ ਪਰਮਾਤਮਾ ਦੇ ਪਸਾਰੇ ਵਿੱਚ ਹੀ ਹੈ, ਉਹਦਾ ਹੀ ਹੈ ਸਾਰਾ ਕੁਝ। ਜਿਨ੍ਹਾਂ ਨੂੰ ਦਿੱਤਾ ਜਾ ਰਿਹਾ ਉਹ ਵੀ ਉਹਦਾ ਹੀ ਨੇ। ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇ ਫਲ ਜਾਤੇ ਜੋ ਕੁੰਚ ਰਿਸ਼ਨਾ। ਇਹ ਮੈਂ ਦੀ ਨਿਸ਼ਾਨੀ ਹੈ ਕਿ ਮੈਨੂੰ ਵਡਿਆਈਆਂ ਮਿਲ ਨਹੀਂ। ਬਾਣੀ ਕਹਿੰਦੀ, ਕਹੋ ਨਾਨਕ ਸਭ ਤੇਰੀ ਵਡਿਆਈ, ਕੋ ਨਾਉ ਨਾ ਜਾਣੇ ਮੇਰਾ, ਤੇਰੀਆਂ ਵਡਿਆਈਆਂ ਪਰਮਾਤਮਾ। ਸੋ ਇਸ ਸਿਧਾਂਤ ਦੇ ਨਾਲ ਜਿਹੜਾ ਚੱਲਣਾ, ਇੰਟੈਂਸ਼ਨ ਉਹੀ ਦੇਣ ਵਾਲਾ ਆ, ਬਸ ਮੈਨੂੰ ਜ਼ਰੀਆ ਬਣਾ ਕੇ ਪਰਮਾਤਮਾ ਹੀ ਦੇ ਰਿਹਾ ਹੈ। ਇਸ ਭਾਵ ਨਾਲ ਤਾਂ ਸਾਡਾ ਕਲਿਆਣ ਹੋਵੇਗਾ, ਸਾਡੀ ਰੂਹ ਜਿਹੜੀ ਸ਼ੁੱਧ ਪਿਓਰ ਪਵਿੱਤਰ ਹੋਈ ਜਾਵੇਗੀ। ਹੋਰ ਜਿਹੜਾ ਸਿਧਾਂਤ ਹੈਗਾ ਉਹ ਹੈਗਾ ਆ ਅਟੈਂਸ਼ਨ ਦਾ ਸਿਧਾਂਤ, ਫੋਕਸ। ਜ਼ਿੰਦਗੀ ਦੇ ਵਿੱਚ ਅਸੀਂ ਫੋਕਸ ਕਿੱਥੇ ਕਰਦੇ? ਮੰਨ ਲਓ ਅਸੀਂ ਕਿਸੇ ਨਵੀਂ ਜਗ੍ਹਾ ਤੇ ਗਏ, ਇਹਨੂੰ ਸੌਖਾ ਕਰਕੇ ਸਮਝੀਏ। ਉੱਥੇ ਜਾ ਕੇ ਜਦੋਂ ਅਸੀਂ ਦੇਖਦੇ ਹਾਂ, ਸਾਡਾ ਲੈਕ ਵੱਲ ਧਿਆਨ ਜਾਂਦਾ, ਕਮੀਆਂ ਵੱਲ, ਜਾਂ ਕਿ ਉੱਥੇ ਜੋ ਹੈ ਉਸ ਵੱਲ ਧਿਆਨ ਜਾਂਦਾ। ਇਵੇਂ ਹੀ ਜਦੋਂ ਕਿਸੇ ਬੰਦੇ ਨੂੰ ਦੇਖਦੇ ਹਾਂ ਅਸੀਂ, ਮੰਨ ਲਓ ਕਿਸੇ ਨੂੰ ਵੀ ਪਰਿਵਾਰ 'ਚ, ਰਿਸ਼ਤੇਦਾਰਾਂ ਜਾਂ ਕਿਸੇ ਨੂੰ ਇਹ ਵੀ ਸੀ, ਉਹ ਦੇਖਦੇ ਹਾਂ ਪਹਿਲਾਂ ਉਹਦੀਆਂ ਕਮੀਆਂ, ਉਹਦੇ ਨੁਕਸ, ਉਹ ਸਾਨੂੰ ਨਜ਼ਰ ਆਉਂਦਾ ਕਿ ਜਾਂ ਉਹਦਾ ਸਾਨੂੰ ਅੱਛਾ ਨਜ਼ਰ ਆਉਂਦਾ। ਇਹ ਬਹੁਤ ਵੱਡਾ ਸਿਧਾਂਤ ਕੰਮ ਕਰਦਾ। ਜੋ ਵੀ ਅਸੀਂ ਦੇਖ ਰਹੇ ਹੁੰਦੇ ਹਾਂ, ਸਾਡਾ ਅੰਦਰੋਂ ਮਨ ਜੋ ਦੇਖ ਰਿਹਾ ਹੁੰਦਾ, ਉਹੋ ਜਿਹੀ ਚੀਜ਼ ਨੂੰ ਅਸੀਂ ਅਟਰੈਕਟ ਕਰ ਰਹੇ ਹੁੰਦੇ। ਫਿਰ ਅਸੀਂ ਅਬੰਡੈਂਸ ਨਹੀਂ ਅਟਰੈਕਟ ਕਰ ਰਹੇ, ਅਸੀਂ ਫਿਰ ਇਦਾਂ ਦੀਆਂ ਚੀਜ਼ਾਂ ਹੀ ਆਪਣੇ ਵੱਲ ਨੂੰ, ਨੈਗੇਟਿਵਿਟੀ ਨੂੰ ਹੀ ਅਟਰੈਕਟ ਕਰ ਰਹੇ ਹਾਂ। ਸੋ ਇਹ ਸਿਧਾਂਤ ਤੇ ਬਹੁਤ ਕੰਮ ਕਰਨ ਦੀ ਸਾਨੂੰ ਜ਼ਰੂਰਤ ਹੈ ਸੰਗਤ ਜੀ। ਸਾਨੂੰ ਪਤਾ ਨਹੀਂ ਚੱਲਦਾ, ਅਸੀਂ ਜਾਣੇ ਅਣਜਾਣੇ ਜਿਹੜਾ ਉਹ ਨੈਗੇਟਿਵਿਟੀ ਜਿਹੜੀ ਆਪਣੇ ਵੱਲ ਨੂੰ ਕੈਚ ਕਰਕੇ ਲੈ ਕੇ ਆ ਜਾਂਦੇ ਹਾਂ। ਹੋਰ ਇੰਟੈਂਸ਼ਨ ਨੂੰ ਹੋਰ ਇੱਕ ਐਗਜ਼ਾਮਪਲ ਲਈਏ, ਜਿਵੇਂ ਮੰਨ ਲਓ ਵੀ ਤੁਹਾਡੇ ਕਿਸੇ ਰਿਸ਼ਤੇਦਾਰ ਨੇ, ਫਰੈਂਡ ਨੇ, ਕਿਸੇ ਨੇ ਵੀ ਤੁਹਾਨੂੰ ਦੱਸਿਆ ਵੀ ਸਾਡੀ ਪ੍ਰਮੋਸ਼ਨ ਹੋ ਗਈ, ਜਾਂ ਮੈਂ ਵੱਡੀ ਕਾਰ ਲੈ ਲਈ, ਜਾਂ ਵਧੀਆ ਘਰ ਉਹਨਾਂ ਨੇ ਲਿਆ, ਜਾਂ ਉਹਨਾਂ ਦੇ ਬੱਚੇ ਦਾ ਕੋਈ ਕਾਰਜ ਹੋ ਗਿਆ। ਉਸ ਵਕਤ ਆਪਣੀ ਦੇਖੋ ਤੁਹਾਡੀ ਅਟੈਂਸ਼ਨ ਕੀ ਹੈ? ਖੁਸ਼ੀ ਹੈ, ਉਹਦੀਆਂ ਖੁਸ਼ੀਆਂ ਤੁਸੀਂ, ਇਹਦੇ ਇੰਟੈਂਸ਼ਨ ਤੇ ਅਟੈਂਸ਼ਨ ਦੋਨੋਂ ਚੀਜ਼ਾਂ ਇਹਦੇ ਵਿੱਚ ਆ ਜਾਂਦੀਆਂ। ਉਦੋਂ ਦੇਖੋ ਵੀ ਤੁਸੀਂ ਉਹਨਾਂ ਦੀ ਖੁਸ਼ੀ 'ਚ ਖੁਸ਼ ਹੋਏ, ਤੁਹਾਨੂੰ ਚੰਗਾ ਲੱਗਿਆ, ਕਿ ਜਾਂ ਤੁਸੀਂ ਜਿਹੜਾ ਅੰਦਰੋਂ ਤੁਸੀਂ ਜੈਲਸੀ ਫੀਲ ਕੀਤੀ, ਤੁਹਾਨੂੰ ਅੱਛਾ ਨਹੀਂ ਲੱਗਿਆ। ਬਸ ਇੱਥੇ ਹੀ ਸਾਡੀ ਖੇਡ ਖੜੀ ਹੈ। ਅਗਰ ਸਾਨੂੰ ਨਹੀਂ ਅੱਛਾ ਲੱਗਿਆ, ਪਰਮਾਤਮਾ ਦਾ ਸਿਸਟਮ ਕਹਿੰਦਾ ਇਹਨੂੰ ਖੁਸ਼ੀ ਨਹੀਂ ਚੰਗੀ ਲੱਗੀ, ਇਹਨੂੰ ਕਿਸੇ ਦੀ ਪ੍ਰਮੋਸ਼ਨ ਨਹੀਂ ਚੰਗੀ ਲੱਗੀ, ਇਹਨੂੰ ਵੀ ਜ਼ਿੰਦਗੀ ਵਿੱਚ ਨਹੀਂ ਮਿਲਣਾ ਚਾਹੀਦਾ। ਅਗਰ ਸਾਨੂੰ ਅੱਛਾ ਲੱਗਿਆ, ਦੂਸਰਿਆਂ ਦੀ ਖੁਸ਼ੀਆਂ ਵਿੱਚ ਖੁਸ਼ ਹੋਏ, ਤਾਂ ਪਰਮਾਤਮਾ ਕਹਿੰਦਾ ਅੱਛਾ ਇਹ ਤਾਂ ਖੁਸ਼ ਹੁੰਦਾ ਹੈ, ਇੱਦਾਂ ਦੀਆਂ ਇਹਨੂੰ ਹੋਰ ਬਰਕਤਾਂ ਦਿੱਤੀਆਂ ਜਾਣ, ਹੋਰ ਦਿੱਤੀਆਂ ਜਾਣ। ਸੋ ਇਹ ਰਿਸਰਚਰਸ ਕਹਿੰਦੀਆਂ, ਅਗਰ ਤੁਹਾਡੇ ਕੋਈ ਕਮੀਆਂ ਵੀ ਨੇ ਜ਼ਿੰਦਗੀ ਦੇ ਵਿੱਚ, ਕੋਈ ਵਿਘਨ ਵੀ ਨੇ, ਤਾਂ ਜਦੋਂ ਤੁਸੀਂ ਦੂਸਰਿਆਂ ਦੀ ਖੁਸ਼ੀ ਵਿੱਚ ਖੁਸ਼ ਹੋਣ ਲੱਗਦੇ ਨੇ, ਉਲਟਾ ਉਹਨਾਂ ਨੂੰ ਬਲੈਸ ਕਰਦੇ ਹੋ, ਤੁਹਾਨੂੰ ਹੋਰ ਭਾਗ ਲੱਗਣ, ਤਾਂ ਤੁਹਾਨੂੰ ਭਾਗ ਲੱਗ ਕੇ ਹੀ ਰਹਿਣਗੇ। ਅਬੰਡੈਂਸ ਤੁਹਾਡੇ ਵੱਲ ਨੂੰ ਅਟਰੈਕਟ ਹੋਵੇਗਾ ਹੀ ਹੋਵੇਗਾ, ਬਰਕਤਾਂ, ਸਮਰਿੱਧੀ ਤੁਹਾਡੇ ਆਵੇਗੀ ਹੀ ਆਵੇਗੀ। ਅਗਲਾ ਜਿਹੜਾ ਸਿਧਾਂਤ ਹੈਗਾ ਆ, ਇਹ ਹੈਗਾ ਅਲਾਉੈਂਸ ਦਾ, ਮਤਲਬ ਅਨੁਮਤੀ ਦੇ ਦਿਓ। ਜਿਵੇਂ ਅਰਦਾਸ ਬੇਨਤੀ ਕਰ ਲਈ ਅਸੀਂ ਆਪਣੇ ਗੁਰੂ ਅੱਗੇ, ਪਰਮਾਤਮਾ ਅੱਗੇ ਕਰ ਲਈ, ਉਸ ਤੋਂ ਬਾਅਦ ਹੁਣ ਉਹਦੇ 'ਚ ਫਸੇ ਨਾ ਰਹੋ, ਸਟਕ ਨਾ ਹੋਵੋ, ਬਸ ਨਿਸ਼ਚਿੰਤ ਰਹੋ। ਹੁਣ ਤੁਸੀਂ ਪਰਮਾਤਮਾ ਦੇ ਉੱਤੇ, ਆਪਣੇ ਗੁਰੂ ਦੇ ਉੱਤੇ ਛੱਡ ਦਿਓ, ਜੋ ਤੁਹਾਡੇ ਚੰਗੇ ਲਈ ਆ, ਔਰ ਜਦੋਂ ਪਰਮਾਤਮਾ ਨੇ ਦੇਣਾ ਆ ਉਹ ਬਿਲਕੁਲ ਸਾਡੇ ਲਈ ਸਹੀ ਹੈ। ਸੋ ਟਾਈਮ ਤੇ ਸਪੇਸ, ਇਹਦੇ 'ਚ ਸਬਰ ਸੰਤੋਖ ਰੱਖਣਾ ਵੀ ਫਿਰ ਜ਼ਰੂਰੀ ਹੈ। ਕੁਝ ਸਮਾਂ ਫਿਰ ਇੰਤਜ਼ਾਰ ਵੀ ਕਰੋ। ਅਗਰ ਉਹ ਨਹੀਂ ਵੀ ਹੋ ਰਿਹਾ ਕੰਮ, ਇਹਦੇ ਵਿੱਚ ਵੀ ਸਾਡੀ ਭਲਾਈ ਹੈ। ਇਸ ਦ੍ਰਿਸ਼ਟੀ ਦੇ ਨਾਲ ਜਿਹੜੀ ਅਨੁਮਤੀ ਦੇ ਦੇਣੀ ਵੀ ਮੈਂ ਅਰਦਾਸ ਬੇਨਤੀ ਕਰ ਦਿੱਤੇ, ਹੁਣ ਮੇਰਾ ਗੁਰੂ ਜਾਣੇ, ਪਰਮਾਤਮਾ ਜਾਣੇ ਮੇਰੇ ਲਈ ਕੀ ਭਲਾ ਹੈ। ਸੋ ਇਹ ਟਾਈਮ ਤੇ ਸਪੇਸ ਸਾਡੇ ਲਈ ਜ਼ਰੂਰਤ ਆ। ਜਿਹੜੀਆਂ ਭਗਤ ਜਨ ਨੇ, ਗੁਰੂ ਪੀਰ ਪੈਗੰਬਰ, ਉਹ ਟਾਈਮ ਸਪੇਸ ਵਾਲੀ ਕੋਈ ਗੱਲ ਹੀ ਨਹੀਂ, ਉਹ ਸੰਕਲਪ ਕਰਦੇ ਆ, ਉਸੇ ਵਕਤ ਪ੍ਰਗਟ ਹੋ ਜਾਂਦੀ ਚੀਜ਼। ਉਹ ਤਾਂ ਸੰਕਲਪ ਕਰਦੇ ਆ ਤਾਂ ਵੰਡਦੇ ਨੇ। ਹੁਣ ਆਪਣਾ ਇਤਿਹਾਸ ਵਿੱਚ ਦੇਖੀਏ,
ਗੁਰੂ ਸਾਹਿਬ ਜੀ ਨੇ ਕਿੰਨਿਆਂ ਸਿੱਖਾਂ ਨੂੰ ਕਿੰਨੇ ਵਚਨ ਕਰਕੇ ਇੰਨੀਆਂ ਬਰਕਤਾਂ ਦੇ ਦਿੱਤੀਆਂ। ਬਾਬਾ ਸਾਵਣ ਮਲ ਜੀ, ਗੁਰੂ ਅਮਰਦਾਸ ਜੀ ਨੇ ਆਪਣੀ ਇਜ਼ਤ ਵਾਲਾ ਰੁਮਾਲ ਹੀ ਦੇ ਦਿੱਤਾ ਸੀਗਾ ਵੀ ਹਰੀਪੁਰ ਦੇ ਰਾਜੇ ਕੋਲ ਉੱਥੇ ਤੁਸੀਂ ਜਾਣਾ ਆ ਤੇ ਜ਼ਰੂਰਤ ਪਏਗੀ ਤੁਸੀਂ ਸ਼ਕਤੀਆਂ ਨੂੰ ਇਸਤੇਮਾਲ ਕਰ ਲੈਣਾ। ਬਾਬਾ ਰਾਮ ਰਾਏ ਜੀ 72 ਕਰਾਮਾਤਾਂ ਉਹਨਾਂ ਨੇ ਔਰੰਗਜ਼ੇਬ ਨੂੰ ਦਿਖਾ ਦਿੱਤੀਆਂ। ਮਤਲਬ ਇਹ ਇਹਨਾਂ ਚੀਜ਼ਾਂ 'ਚ ਫਸਣ ਦੀ ਜ਼ਰੂਰਤ ਨਹੀਂ, ਇਹ ਪਿੱਛੇ ਫਿਰਦੀਆਂ ਨੇ ਬੰਦਗੀ ਵਾਲਿਆਂ ਦੇ। ਉਧਰ ਨਹੀਂ ਫੋਕਸ ਕਰਨਾ, ਅਸੀਂ ਫੋਕਸ ਅਬੰਡੈਂਸ ਵੱਲ ਨੂੰ ਕਰਨਾ। ਪਰਮਾਤਮਾ ਦੇ ਕੋਲ ਬੇਅੰਤ ਆ, ਬੇਅੰਤ ਆ, ਬੇਅੰਤ ਆ। ਉਸ ਪਰਮਾਤਮਾ ਨੂੰ ਹਿਰਦੇ ਵਿੱਚ ਵਸਾਣਾ ਹੈ ਸੰਗਤ ਜੀ। ਸੋ ਥੋੜੇ ਜਿਹੇ ਇਹ ਜਿਹੜਾ ਅਬੰਡੈਂਸ ਦੇ ਲక్ష్ਮੀ ਨੂੰ, ਪੈਸੇ ਨੂੰ ਅਗਰ ਲਾ ਲਈਏ ਨਾ, ਇਹਦੇ ਕਿੰਨੇ ਰੂਪ ਨੇ। ਕੱਲਾ ਅਸੀਂ ਪੈਸਾ ਨਾ ਲਈਏ, ਇਹਦੇ ਰੂਪਾਂ ਨੂੰ ਥੋੜਾ ਜਿਹਾ ਸਮਝੀਏ ਤਾਂ ਫਿਰ ਅਸੀਂ ਪਰਮਾਤਮਾ ਦੇ ਹੋਰ ਪ੍ਰੇਮ ਵਿੱਚ ਡੁੱਬਾਂਗੇ। ਔਰ ਇਹ ਸਾਰੀਆਂ ਚੀਜ਼ਾਂ ਦੀ ਸਾਨੂੰ ਜ਼ਿੰਦਗੀ ਵਿੱਚ, ਇਸ ਸੰਸਾਰ ਵਿੱਚ ਜ਼ਰੂਰਤ ਪੈਂਦੀ ਹੈ। ਤੇ ਲక్ష్ਮੀ ਦੇ ਕਿੰਨੇ ਰੂਪ ਦੱਸੇ ਨੇ। ਇੱਕ ਤਾਂ ਹੈਗਾ ਜਿਹੜਾ ਧਨ, ਪ੍ਰਾਪਰਟੀ, ਪੈਸਾ, ਇਹ ਰੂਪ, ਠੀਕ ਹੈ। ਦੂਸਰਾ ਹੈਗਾ ਆ ਭੋਗ ਲక్ష్ਮੀ। ਸੋ ਇਹ ਅਬੰਡੈਂਸ ਵਿੱਚ ਹੀ ਆਉਂਦੀਆਂ ਇਹ ਚੀਜ਼ਾਂ। ਪੈਸਾ ਤਾਂ ਆ ਗਿਆ, ਤੁਹਾਨੂੰ ਵਰਤਣਾ ਹੀ ਨਹੀਂ ਮਿਲਿਆ, ਤੁਸੀਂ ਤਾਂ ਰੁੱਗੀ ਹੋ। ਤੁਹਾਡੇ ਕੋਲ ਸਮਾਨ, ਪ੍ਰਾਪਰਟੀ ਹੈਗੀ, ਤੁਸੀਂ ਵਰਤ ਹੀ ਨਹੀਂ ਸਕਦੇ, ਤੁਸੀਂ ਖਾ ਹੀ ਨਹੀਂ ਸਕਦੇ। ਫਿਰ ਇਹਦਾ ਮਤਲਬ ਇਹ ਲక్ష్ਮੀ ਦਾ ਰੂਪ ਨਹੀਂ ਸਾਡੇ ਕੋਲ ਆਇਆ। ਫਿਰ ਕੱਲੀ ਉਹ ਮਾਇਆ ਲక్ష్ਮੀ ਰਹਿ ਗਈ। ਇਹ ਲక్ష్ਮੀ ਦਾ ਰੂਪ ਹੈ, ਉਹ ਮਾਇਆ ਦਾ ਰੂਪ ਆ ਗਿਆ। ਸੋ ਅਗਲਾ ਹੈਗਾ ਆ ਵੈਭਵ, ਦੂਸਰਾ ਅਰੋਗ ਲక్ష్ਮੀ। ਸੋ ਤੰਦਰੁਸਤੀ ਵੀ ਅਬੰਡੈਂਸ ਆ, ਬੜੀ ਵੱਡੀ। ਇਹ ਤਾਂ ਵੱਡੀ ਇਹਨੂੰ ਬਰਕਤ ਗਿਣਿਆ ਜਾਂਦਾ, ਤੰਦਰੁਸਤੀ, ਤੰਦਰੁਸਤ ਸਰੀਰ। ਤਾਂ ਇਹਦੇ ਲਈ ਅੰਦਰ ਤੰਦਰੁਸਤੀ ਫੇਰ ਭਰੀ ਪਈ ਆ ਸਾਡੇ। ਤਾਂ ਆਪਣੇ ਆਪ ਨੂੰ ਟਾਈਮ ਦਿਓ, ਨਰਿਸ਼ ਕਰੋ ਸੰਗਤ ਜੀ। ਮੈਂ ਰੋਜ਼ ਬੇਨਤੀ ਕਰਦੀ ਰਹਿੰਦੀ ਹਾਂ ਵੀ 1 ਘੰਟਾ ਆਪਣੇ ਸਰੀਰਾਂ ਨੂੰ ਜ਼ਰੂਰ ਦਿਓ। ਤੁਸੀਂ ਤੰਦਰੁਸਤ ਹੋ, ਤੁਸੀਂ ਸੰਸਾਰ ਦੀ ਵੀ ਸੇਵਾ ਕਰੋਗੇ, ਆਪ ਵੀ ਕਿਸੇ ਉੱਤੇ ਬੋਝ ਨਹੀਂ ਬਣੋਗੇ। ਕੀਰਤੀ ਲక్ష్ਮੀ। ਸੋ ਸੰਸਾਰ ਵਿੱਚ ਇਹ ਕੀਰਤੀ ਲక్ష్ਮੀ ਜਿਹੜੀਆਂ ਸ਼ੁਭ ਮਾਨ ਵਡਿਆਈਆਂ ਹੁੰਦੀਆਂ, ਕਿਸੇ ਦੇ ਅੱਛੇ ਕਰਮਾਂ ਕਾਰਨ ਹੁੰਦੀਆਂ ਨੇ ਜਿਹੜੀਆਂ ਵਡਿਆਈਆਂ, ਉਹ ਕੀਰਤੀ ਲక్ష్ਮੀ ਦੀ ਹੁਣ ਆਪਾਂ ਸਿੱਖ ਕੌਮ ਦੇ ਉੱਤੇ ਇੱਕ ਵਿਚਾਰ ਜ਼ਰੂਰ ਕਰਾਂਗੇ ਬਾਅਦ ਵਿੱਚ। ਪਹਿਲਾਂ ਹੋਰ ਦੱਸਾਂ, ਅੰਮ੍ਰਿਤ ਲక్ష్ਮੀ। ਇਹ ਹੈਗਾ ਆ ਅੰਮ੍ਰਿਤ ਲక్ష్ਮੀ, ਮਤਲਬ ਜਿਹੜਾ ਗਿਆਨ ਧਨ ਜਿਹਨੂੰ ਕਿਹਾ ਜਾਂਦਾ। ਗਿਆਨ ਨੂੰ ਵੀ ਧਨ ਕਿਹਾ ਜਾਂਦਾ, ਖਿਮਾ ਨੂੰ ਵੀ ਧਨ ਕਿਹਾ ਜਾਂਦਾ। ਬੇਅੰਤ ਜਿਹੜਾ ਅਬੰਡੈਂਸ ਦੇ ਰੂਪ ਗੁਰਬਾਣੀ ਦੇ ਵਿੱਚ ਨੇ ਸੰਗਤ ਜੀ। ਸੋ ਗਿਆਨ ਧਨ ਜਿਹੜਾ, ਇਹ ਲక్ష్ਮੀ ਦਾ ਇਹ ਵੀ ਰੂਪ ਆ, ਜਿਹਨੂੰ ਵਿਜ਼ਡਮ ਕਿਹਾ, ਜਿਹਨੂੰ ਆਪਾਂ ਸਰਸਵਤੀ ਵੀ ਗ੍ਰੰਥਾਂ ਦੇ ਵਿੱਚ ਕਹਿ ਦਿੱਤਾ ਜਾਂਦਾ। ਸੋ ਗਿਆਨ ਧਨ ਆ। ਜਿੱਥੇ ਗਿਆਨ ਆ ਨਾ, ਉਹਨੂੰ ਪਤਾ ਵੀ ਇਹ ਧਨ ਦਾ ਕਿਵੇਂ ਇਸਤੇਮਾਲ ਕਰਨਾ। ਉਹ ਵੰਡੇਗਾ, ਉਹਦਾ ਹੰਕਾਰ ਨਹੀਂ ਕਰੇਗਾ, ਉਹਨੂੰ ਗੰਦੇ ਕੰਮਾਂ 'ਚ ਨਹੀਂ ਖਰਚੇਗਾ, ਉਹਦੇ ਨਾਲ ਜੂਏ ਨਹੀਂ ਖੇਡੇਗਾ, ਸ਼ਰਾਬਾਂ ਨਹੀਂ ਪੀਵੇਗਾ, ਯਸ਼ੀਆਂ ਨਹੀਂ ਕਰੇਗਾ। ਉਹਨੂੰ ਪਤਾ ਉਹਦੇ ਕੋਲ ਲక్ష్ਮੀ ਹੈ। ਦੂਸਰੇ ਕੋਲ ਮਾਇਆ ਆ, ਗੰਦੇ ਮੰਦੇ ਕੰਮਾਂ ਵਿੱਚ ਜਿਹੜਾ ਵਰਤਣ ਲੱਗ ਗਿਆ, ਖਰਚਣ ਲੱਗ ਗਿਆ, ਉਹ ਮਾਇਆ ਦਾ ਰੂਪ ਆ। ਹੋਰ ਲక్ష్ਮੀ ਹੈਗੀ ਯੋਗ ਲక్ష్ਮੀ। ਅਚਾਨਕ ਧਨ ਆ ਜਾਂਦਾ ਜ਼ਿੰਦਗੀ ਦੇ ਵਿੱਚ। ਕਿਸੇ ਨੂੰ ਮਾਤਾ ਪਿਤਾ ਦੀ ਪ੍ਰਾਪਰਟੀ ਮਿਲ ਜਾਂਦੀ, ਕਿਸੇ ਨੂੰ ਦਾਦੇ ਦਾਦੀ ਦੀ, ਜਾਂ ਪ੍ਰਮੋਸ਼ਨ ਹੋ ਗਈ, ਜਾਂ ਜਿਵੇਂ ਵੀ ਕਿੰਨੀ ਤਰ੍ਹਾਂ ਆ ਜਾਂਦਾ ਨਾ ਜ਼ਿੰਦਗੀ ਦੇ ਵਿੱਚ ਧਨ। ਸੋ ਇਹ ਯੋਗ ਲక్ష్ਮੀ ਹੁੰਦੀ ਹੈ। ਤੇ ਮੋਖ ਲక్ష్ਮੀ, ਸੋ ਇਹ ਵੀ ਅਬੰਡੈਂਸ ਦੇ ਵਿੱਚ ਮੁਕਤੀ। ਸਭ ਤੋਂ, ਮੈਂ ਤਾਂ ਕਹਿੰਦੀ ਸਭ ਤੋਂ ਵੱਡੀ ਲక్ష్ਮੀ ਹੈ ਇਹ। ਲక్ష్ਮੀ ਦਾ ਵੱਡਾ ਰੂਪ ਆ। ਜਦੋਂ ਇਹ ਸਾਰੀਆਂ ਚੀਜ਼ਾਂ ਵਰਤਦਾ ਬੰਦਾ, ਲੇਕਿਨ ਵਿੱਚ ਨਿਰਲੇਪ ਰਹਿੰਦਾ। ਜਿਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਮਲ ਦੇ ਫੁੱਲ ਦੇ ਉੱਤੇ ਬੈਠਣ ਵਾਲੀ ਅਵਸਥਾ ਦੱਸੀ ਹੈ ਨਾ। ਤੇ ਕਮਲ ਜਿਵੇਂ ਪਾਣੀ 'ਚ ਹੁੰਦਾ, ਲੇਕਿਨ ਉਹ ਪਾਣੀ ਦੇ ਵਿੱਚ ਗਿੱਲਾ ਨਹੀਂ ਹੁੰਦਾ, ਸੁੱਕਾ ਹੀ ਰਹਿ ਜਾਂਦਾ। ਇਵੇਂ ਹੀ ਇਹ ਚੀਜ਼ਾਂ ਵਰਤਦਾ ਆ ਗੁਰਸਿੱਖ। ਪਰਮਾਤਮਾ ਦਾ ਜਨ, ਗੁਰੂ ਦਾ ਜਨ ਵਰਤਦਾ ਆ, ਲੇਕਿਨ ਇਹਨਾਂ ਵਿੱਚ ਫਸਿਆ ਨਹੀਂ ਹੁੰਦਾ। ਫਸਿਆ ਇੱਕ ਪਰਮਾਤਮਾ ਦੇ ਪ੍ਰੇਮ ਵਿੱਚ ਹੁੰਦਾ, ਬਸ ਉਹਦੀ ਯਾਦ ਵਿੱਚ, ਉਹਦੀ ਰਹਿਮਤ ਵਿੱਚ, ਉਹਦੀਆਂ ਬਖਸ਼ਿਸ਼ਾਂ ਵਿੱਚ। ਫਿਰ ਸਾਰੇ ਸੰਸਾਰ ਨੂੰ ਆਪਣਾ ਸਮਝ ਕੇ ਸਾਰਿਆਂ ਨੂੰ ਪ੍ਰੇਮ ਕਰਦਾ, ਸਾਰਿਆਂ ਦੇ ਨਾਲ ਉਹ ਸ਼ੇਅਰ ਕਰਦਾ, ਵੰਡ ਕੇ ਛਕਦਾ। ਕਿਸੇ ਦਾ ਦੁੱਖ ਆ, ਉਹਦਾ ਦਰਦ ਆ, ਉਹਨੂੰ ਵੰਡਾਉਣ ਦੀ ਕੋਸ਼ਿਸ਼ ਕਰਦਾ। ਤਾਂ ਸੰਗਤ ਜੀ, ਇਹ ਜਿਹੜਾ ਲక్ష్ਮੀ ਦਾ ਰੂਪ ਆਪ ਜੀ ਨੂੰ ਕਿਹਾ ਨਾ, ਵੀ ਮੈਂ ਕਿਹਾ ਸੀ ਸਿੱਖਾਂ ਦੀ ਗੱਲ ਸ਼ੇਅਰ ਕਰਾਂਗੀ, ਕੀਰਤੀ ਲక్ష్ਮੀ। ਤਾਂ ਇਹ ਸਿੱਖਾਂ ਦੀ ਕੀਰਤੀ ਹੋਈ ਸੀ, ਪੰਜਾਬੀਆਂ ਦੀ ਕੀਰਤੀ ਹੋਈ ਸੀ, ਜਦੋਂ ਉਹ 1962 ਦੇ ਵਿੱਚ ਚੀਨ ਨੇ ਅਟੈਕ ਕੀਤਾ ਸੀ ਭਾਰਤ ਵਰਸ਼ ਦੇ ਉੱਤੇ। ਸੋ ਉਦੋਂ ਫਿਰ ਇੰਡੀਅਨ ਗਵਰਨਮੈਂਟ ਨੇ ਕਿਹਾ ਸੀਗਾ ਵੀ ਅਸੀਂ ਨਾ ਨੈਸ਼ਨਲ ਡਿਫੈਂਸ ਫੰਡ ਇੱਕ ਉਹਨਾਂ ਨੇ ਖੋਲ੍ਹਿਆ ਸੀ, NDF। ਤੇ ਉਹਦੇ ਵਿੱਚ ਕਿਹਾ ਸੀ ਤੁਸੀਂ ਇਹ ਮਤਲਬ ਦੇਸ਼ ਦੇ ਲਈ ਇਹ ਖੋਲ੍ਹਿਆ ਜਾ ਰਿਹਾ, ਇਹਦੇ ਵਿੱਚ ਤੁਸੀਂ ਵੱਧ ਤੋਂ ਵੱਧ ਆਪਣਾ ਪੈਸੇ ਦਾ ਸਹਿਯੋਗ ਦਿਓ, ਵੱਧ ਤੋਂ ਵੱਧ ਆਪਣਾ ਸੋਨਾ ਗਹਿਣਾ ਜੋ ਵੀ ਦੇ ਸਕਦੇ ਹੋ, ਸੋ ਤੁਸੀਂ ਦਿਓ। ਸੋ ਇਹ ਆਰਟੀਕਲ ਪਬਲਿਸ਼ ਹੋਇਆ ਸੀ ਇੰਡੀਅਨ ਐਕਸਪ੍ਰੈਸ ਦੇ ਵਿੱਚ। ਤਾਂ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਇਹ ਜਦੋਂ ਫਿਰ ਲੋਕਾਂ ਨੇ, ਪੂਰੇ ਹਿੰਦੁਸਤਾਨੀਆਂ ਨੇ ਜਿਹੜਾ ਆਪਣਾ ਸਹਿਯੋਗ ਦਿੱਤਾ, ਤਾਂ ਫਿਰ ਜਿਹੜਾ
8 ਕਰੋੜ ਭਾਰਤ ਵਰਸ਼ ਨੇ ਆਪਣਾ ਯੋਗਦਾਨ ਦਿੱਤਾ ਇਸ ਫੰਡ ਦੇ ਵਿੱਚ। ਉਦੋਂ ਦੇ ਵਿੱਚੋਂ ਕੇਵਲ ਤੇ ਕੇਵਲ ਪੰਜਾਬ ਦਾ ਯੋਗਦਾਨ ਕਿੰਨਾ ਆ 3.68 ਕਰੋੜ, ਤਕਰੀਬਨ ਅੱਧਾ ਲਾ ਲਓ। ਔਰ ਪੰਜਾਬ ਵਿੱਚ ਸਿੱਖਾਂ ਦਾ ਗੜ੍ਹ ਆ, ਤਾਂ ਪੰਜਾਬੀਆਂ ਸਿੱਖਾਂ ਦਾ ਇੰਨਾ ਜ਼ਿਆਦਾ ਯੋਗਦਾਨ, ਇਹ ਬੜੀ ਵੱਡੀ ਗੱਲ ਦੇਸ਼ ਦੀ ਖਾਤਰ। ਉੱਥੇ ਹੁਣ ਐਡਾ ਵੱਡੇ ਹਿੰਦੁਸਤਾਨ ਦੇ ਵਿੱਚ ਇੱਕ ਪੰਜਾਬੀਆਂ ਦਾ, ਸਿੱਖਾਂ ਦਾ ਐਡਾ ਵੱਡਾ ਯੋਗਦਾਨ। ਫਿਰ ਹੋਰ ਸੁਣੋ ਸੰਗਤ ਜੀ, ਸੋਨਾ ਗਹਿਣਾ ਵੀ ਜਿਹੜਾ ਉਹ ਇਕੱਠਾ ਹੋਇਆ, ਉਹ ਕਿੰਨਾ ਹੋਇਆ 257 ਕਿਲੋ ਭਾਰਤ ਵਰਸ਼ ਦੇ ਕੋਲ। ਇਹਦੇ ਵਿੱਚ ਪੰਜਾਬੀਆਂ ਸਿੱਖਾਂ ਦਾ ਕਿੰਨਾ ਯੋਗਦਾਨ ਆ 252 ਕਿਲੋ। ਇਹ ਸਿੱਖਾਂ ਨੂੰ ਪੰਜਾਬੀਆਂ ਨੇ ਦੇ ਦਿੱਤਾ। ਇਹ ਇਹੋ ਜਿਹਾ ਵੰਡਣ ਦਾ ਸਿਧਾਂਤ ਹੈ ਗੁਰੂ ਨਾਨਕ ਨੇ ਰਗਮ ਵਿੱਚ ਪਾਇਆ ਹੋਇਆ ਹੈ। ਇਹਦੇ ਵਿੱਚ ਇਹ ਕੀਰਤੀ ਬੜੀ ਅੱਛੀ ਆ, ਇਹ ਸ਼ੁੱਧ ਕੀਰਤੀ ਹੈ, ਇਹ ਕੀਰਤੀ ਲక్ష్ਮੀ ਆ, ਇਹ ਬਰਕਤਾਂ ਵਾਲੇ ਭਰਪੂਰ ਨੇ ਵੰਡਣ ਵਾਲੇ। ਔਰ ਉਹਦੇ ਵਿੱਚ ਇਹਨਾਂ ਨੇ ਕੀ ਕੁਝ ਸੋਨੇ ਗਹਿਣੇ ਵੰਡੇ, ਨਾਲ ਇਹਨਾਂ ਨੂੰ ਜਿਹੜੇ 골ਡ ਮੈਡਲ ਮਿਲੇ ਹੋਏ ਸੀ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਘਰਾਂ 'ਚ ਲੋਕਾਂ ਨੇ ਸਾਂਭ ਕੇ ਰੱਖੇ ਹੁੰਦੇ ਆ, ਉਹ 12,000 ਇਹਨਾਂ ਨੇ ਆਪਣੇ ਉਹ ਵੀ ਦੇ ਦਿੱਤੇ। ਕਿੰਨਾ ਮਤਲਬ ਮਾਣ ਮਹਿਸੂਸ ਹੋ ਰਿਹਾ ਪੰਜਾਬੀਆਂ ਤੇ ਸਿੱਖਾਂ ਤੇ ਵੀ ਤੁਸੀਂ ਐਡਾ ਵੱਡਾ ਯੋਗਦਾਨ, ਇੱਕ ਐਡਾ ਵੱਡਾ ਸ਼ੇਅਰ ਤੁਹਾਡਾ ਹੀ ਇਕੱਲਿਆਂ ਦਾ। ਇੱਥੇ ਹੀ ਬਸ ਨਹੀਂ, ਜਦੋਂ ਆਪਣੇ ਜੰਗੇ ਮੈਦਾਨ ਵਿੱਚ ਜੂਝੇ ਤਾਂ ਵੀ ਸਿੱਖਾਂ ਦਾ ਸਭ ਤੋਂ ਜ਼ਿਆਦਾ ਯੋਗਦਾਨ, ਸ਼ਹੀਦੀਆਂ ਦੇ ਵਿੱਚ। ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਹੜੇ 3 ਸਿਧਾਂਤ ਨੇ ਨਾ, ਸੁੱਚੀ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ। ਇਹ ਵੰਡਣ ਵੇਲੇ ਤਾਂ ਆਪਣੀਆਂ ਜਾਨਾਂ ਵੰਡ ਦਿੰਦੇ ਨੇ। ਅੱਜ ਦੀ ਡੇਟ ਵਿੱਚ ਵੀ ਇਹ ਸਿੱਖ ਕੌਮ ਪੂਰੇ ਵਰਲਡ ਲੈਵਲ ਦੇ ਉੱਤੇ ਕਿੰਨੀ ਸੇਵਾ ਦਾ ਆਪਣਾ ਯੋਗਦਾਨ ਪਾ ਰਹੀ ਹੈ। ਸੋ ਨਮਸਕਾਰਾਂ ਨੇ ਸਾਰਿਆਂ ਨੂੰ। ਇਹ ਨਹੀਂ ਇਕੱਲੇ ਸਿੱਖ ਕਰ ਰਹੇ ਨੇ, ਉਹ ਤਾਂ ਸਿੱਖਾਂ ਦੀ ਗੱਲ ਹੋਈ ਸੀ ਤਾਂ ਸਾਰੇ ਡਾਕਟਰ, ਸਾਰੇ ਕਰਮਚਾਰੀ, ਸਾਰੇ ਪੁਲਿਸ ਡਿਪਾਰਟਮੈਂਟ ਵਾਲੇ, ਜਾਂ ਜਿੰਨੇ ਵੀ ਆਪਣੇ ਆਪਣੇ ਲੈਵਲ ਤੇ ਪੂਰੇ ਵਰਲਡ ਵਿੱਚ ਜਿਹੜੇ ਸੇਵਾ ਕਰ ਰਹੇ ਨੇ, ਉਹ ਸਾਰੇ ਹੀ ਜਿਹੜੇ ਨੇ ਉਹ ਕੀਰਤੀ ਲక్ష్ਮੀ ਦੇ ਪਾਤਰ ਨੇ, ਜਿਹੜੇ ਇਮਾਨਦਾਰੀ ਨਾਲ ਲੱਗੇ ਹੋਏ ਨੇ, ਆਪਣੇ ਬਿਨਾਂ ਪਰਵਾਹ ਕੀਤੀਆਂ ਹੋਇਆਂ। ਸੋ ਉਹਨਾਂ ਨੂੰ ਪਰਮਾਤਮਾ ਵੱਲੋਂ ਬਹੁਤ ਅਸੀਸਾਂ ਮਿਲ ਰਹੀਆਂ ਨੇ, ਸੰਸਾਰ ਵੱਲੋਂ ਵੀ ਮਿਲ ਰਹੀਆਂ ਨੇ। ਹਿੰਮਤ ਹੌਸਲਾ ਨਹੀਂ ਹਾਰਨਾ। ਚੰਗਿਆਂ ਨੂੰ ਵੀ ਕਈ ਵਾਰ ਨੈਗੇਟਿਵ ਦ੍ਰਿਸ਼ਟੀ ਨਾਲ ਅਸੀਂ ਦੇਖ ਦੇਖ ਕੇ ਨਿੰਦ ਦਿੰਦੇ ਆ, ਉਹ ਨਹੀਂ ਭਾਈ, ਚੰਗੇ ਵੱਲ ਦੇਖੋ ਤਾਂ ਚੰਗੇ ਹੀ ਹੋਣਗੇ ਸਾਰੇ ਜਾਣੇ। ਸੋ ਉਹਨਾਂ ਲਈ ਸਾਡੇ ਸਲਾਮਾਂ ਵੀ ਨੇ, ਸਲੂਟ ਵੀ ਨੇ, ਨਮਸਕਾਰਾਂ ਵੀ ਨੇ। ਇਹ ਸਿੱਖਾਂ ਲਈ, ਪੰਜਾਬੀਆਂ ਲਈ ਵੀ, ਜਿਹੜੇ ਅੱਜ ਵੀ ਜੂਝ ਰਹੇ ਨੇ, ਸਭ ਦੇ ਲਈ। ਸੋ ਤੁਸੀਂ ਵੀ ਜੋ ਵੀ ਆਪਣਾ ਯੋਗਦਾਨ ਹੈ ਸੰਸਾਰ ਨੂੰ ਜ਼ਰੂਰਤ ਹੈ ਪਾ ਸਕਦੇ ਹੋ, ਜ਼ਰੂਰ ਪਾਓ। ਔਰ ਵੰਡਣ ਵੱਲ ਦੇਖੋ ਵੀ ਵੰਡਣ ਵਾਲਿਆਂ ਨੂੰ ਕਦੀ ਕਮੀਆਂ ਨਹੀਂ ਆਉਂਦੀਆਂ। ਸਿੱਖਾਂ ਨੂੰ ਕਿਤੇ ਕਮੀਆਂ ਆਉਂਦੀਆਂ ਨੇ? ਜਿੱਥੇ ਜਾਂਦੇ ਨੇ, ਇੱਥੇ ਕੈਨੇਡਾ 'ਚ ਵੀ ਵੱਡੇ ਵੱਡੇ ਘਰ ਬਣਾਈ ਬੈਠੇ ਨੇ, ਲਗਜ਼ਰੀ ਲਾਈਫ ਆ, ਵੰਡੀ ਵੀ ਜਾਂਦੇ ਨੇ ਹਰ ਜਗ੍ਹਾ। ਮਤਲਬ ਪ੍ਰੈਕਟੀਕਲ ਜੀਵਨ ਦੇਖ ਕੇ ਆਪ ਜੀ ਨੂੰ ਕਹਿ ਸਕਦੀ ਹਾਂ, ਕਿਉਂਕਿ ਕਿੰਨੇ ਦੇਸ਼ਾਂ ਵਿੱਚ ਜਾਣ ਦਾ ਮੌਕਾ ਮਿਲਦਾ। ਬੜੀਆਂ ਬਰਕਤਾਂ ਪਾਉਂਦਾ ਵੰਡਣ ਵਾਲਿਆਂ ਨੂੰ ਪਰਮਾਤਮਾ। ਅਬੰਡੈਂਸ ਮਾਈਂਡ ਸੈਟ ਰੱਖੋ। ਬਰਕਤਾਂ ਨੇ ਬੇਅੰਤ ਬੇਅੰਤ, ਔਰ ਬੇਅੰਤ ਕਹਿਣ ਵਾਲੇ ਕੋਲ ਉਹ ਖੁਦ ਹੀ ਬੇਅੰਤ ਬੇਅੰਤ ਦੇ ਨਾਲ ਜੁੜ ਜਾਂਦਾ। ਉਹਦਾ ਮਾਈਂਡ ਸੈਟ, ਅਬੰਡੈਂਸ ਮਾਈਂਡ ਸੈਟ, ਉਹ ਬੇਅੰਤ ਹੀ ਹੋ ਜਾਂਦਾ, ਉਹ ਬਰਕਤਾਮਈ ਹੋ ਜਾਂਦਾ। ਉਹਦੇ ਤਾਂ ਫਿਰ ਜਨ ਕੇ ਚਰਨ ਤੀਰਥ ਕੋਟ ਗੰਗਾ, ਉਹ ਤਾਂ ਇੰਨਾ ਨਿਰਮਲ ਹੋ ਜਾਂਦਾ ਹੈ, ਇੰਨਾ ਨਿਰਮਲ ਹੋ ਜਾਂਦਾ ਪਰਮਾਤਮਾ ਨਾਲ ਜੁੜ ਜੁੜ ਕੇ। ਉਹਦੇ ਚਰਨਾਂ ਵਿੱਚ ਕਰੋੜਾਂ ਹੀ ਤੀਰਥਾਂ ਤੇ ਗੰਗਾ ਵਹਿੰਦੀਆਂ ਹੁੰਦੀਆਂ ਨੇ। ਇਹ ਗੁਰਬਾਣੀ ਨੇ ਸਾਨੂੰ ਇਹ ਸਿਧਾਂਤ ਦਿੱਤਾ ਹੈ ਵੀ ਇੱਥੋਂ ਤੁਸੀਂ ਇਸ ਅਵਸਥਾ ਦੇ ਮਾਲਕ ਬਣ ਸਕਦੇ ਹੋ ਸਾਰੇ ਜਾਣੇ। ਕਿਵੇਂ? ਹਿਰਦੇ ਵਿੱਚ ਪਰਮਾਤਮਾ ਨੂੰ ਵਸਾ ਕੇ, ਉਹਦੇ ਪਰਮਾਤਮਾ ਦੇ ਦੱਸੇ ਅਸੂਲ ਜਿਹੜੇ ਗੁਰੂ ਮਹਾਰਾਜ ਨੇ ਬਾਣੀ ਵਿੱਚ ਸਾਨੂੰ ਸਮਝਾਏ ਨੇ, ਉਹਨਾਂ ਦੇ ਉੱਤੇ ਚੱਲ ਚੱਲ ਕੇ। ਸੋ ਹੁਣ ਸੰਗਤ ਜੀ ਸਾਰੇ ਜਾਣੇ ਆਪਣਾ ਬਰਕਤਾਂ ਵਾਲਾ ਮੂਡ ਰੱਖੋਗੇ ਨਾ। ਦੇਖੋ ਕਿੰਨੀਆਂ ਬਰਕਤਾਂ ਹਰ ਪਾਸੇ ਪਾਈਆਂ ਪਰਮਾਤਮਾ ਨੇ, ਦੇਖੋ ਕਿੰਨੀਆਂ ਬਰਕਤਾਂ ਜੋ ਪਰਮਾਤਮਾ ਨੇ ਜ਼ਿੰਦਗੀ ਵਿੱਚ। ਹਾਂ, ਇੱਕ ਸ਼ੁਕਰਾਨੇ ਦਾ ਰਹਿ ਗਿਆ, ਇੱਕ ਪ੍ਰਿੰਸੀਪਲ ਸੀ ਸ਼ੁਕਰਾਨੇ ਦਾ, ਪ੍ਰਿੰਸੀਪਲ ਆਫ ਗ੍ਰੈਟੀਟਿਊਡ। ਜਦੋਂ ਸ਼ੁਕਰਾਨੇ ਦੇ ਭਾਵ ਵਿੱਚੋਂ ਉਹ ਕਹਿੰਦੇ ਵੀ ਤੁਹਾਨੂੰ ਨਹੀਂ ਸ਼ੁਕਰਾਨਾ ਕਰਨਾ ਆਉਂਦਾ ਨਾ, ਤਾਂ ਲਿਖਣਾ ਸ਼ੁਰੂ ਕਰੋ ਜੋ ਜੋ ਤੁਹਾਨੂੰ ਜੀਵਨ ਦੇ ਵਿੱਚ ਮਿਲਿਆ ਹੋਇਆ। ਔਰ ਤੁਸੀਂ ਹੈਰਾਨ ਰਹਿ ਜਾਓਗੇ ਜਦੋਂ ਤੁਸੀਂ ਇੱਥੋਂ ਤੱਕ ਤਾਂ ਹਾਰਵਰਡ ਯੂਨੀਵਰਸਿਟੀ ਕਹਿੰਦੀ ਅਗਰ ਤੁਸੀਂ ਸ਼ਬਦ ਵੀ ਇੱਕ ਕਹਿ ਦਿੱਤਾ ਨਾ ਗ੍ਰੈਟੀਟਿਊਡ ਦਾ, ਦਿਲੋਂ ਭਾਵਨਾ ਦੇ ਨਾਲ, ਤਾਂ ਅਬੰਡੈਂਸ ਨੂੰ ਤੁਸੀਂ ਅਟਰੈਕਟ ਕਰਨਾ ਸ਼ੁਰੂ ਕਰ ਦਿੱਤਾ। ਸੋ ਸ਼ੁਕਰਾਨੇ ਦੇ ਭਾਵ ਵਿੱਚ ਹਰ ਵਕਤ ਰਹੀਏ। ਕਿੰਨਾ ਪਰਮਾਤਮਾ ਨੇ ਸਾਨੂੰ ਦਿੱਤਾ, ਦਿੰਦਾ ਦੇ, ਲੈਂਦੇ ਥੱਕ ਪਾਏ, ਜੁਗਾ ਜੁਗੰਤਰ ਖਾਹੀ ਖਾਏ। ਦੇਈ ਜਾਂਦਾ ਅਸੀਂ ਲਈ ਜਾਂਦੇ ਹਾਂ, ਲਈ ਜਾਂਦੇ ਹਾਂ ਸੰਗਤ ਜੀ। ਤਾਂ ਸ਼ੁਕਰਾਨੇ ਦੇ ਭਾਵ ਵਿੱਚ ਰਹੀਏ। ਔਰ ਇਹ ਸ਼ੁਕਰਾਨਾ ਇੱਥੋਂ ਤੱਕ ਅਗਰ ਜ਼ਿੰਦਗੀ ਵਿੱਚ ਕੋਈ ਪੇਨ ਵੀ ਹੈ ਤੁਹਾਡੇ, ਉਹਦਾ ਵੀ ਸ਼ੁਕਰਾਨਾ।
केतियां दुख भूख सद मारे वे दातरी दातार। अज रिसर्चर्स भी कहन लग गई पेन का भी शुकराना करो। गुरु नानक सच्चे पातशाह सानू नित नित ही सिखाते हैं, केतियां दुख भूख सद मार ये भी दातरी दातार, ये भी तेरियां दातां ने। क्योंकि जो दुख आते हैं सानू लैसनस मिलते हैं, दुख आते हैं साडे कर्म क्लीयर होंगे हैं जिहड़े किते असीं गलत बीज लए सी। सो सानू बहुत कुछ सिक्खना मिलती है दुखों के विच। सो पेन लिए भी शुकराना, बेअंत बेअंत दित्तियां। जदों कहंदे पेन का भी शुकराना कर दिंदे हो, पेन भी गायब हो जाती जिंदगी विच, मतलब दुख भी गायब हो जाता, तुसीं सुख के भाव विच रहण लग जांदे हो। सो ये अबंडेंस परमात्मा ही अबंडेंस है, हर पासे उहदा पसारा ही अबंडेंस है। असीं भी सारे जने परमात्मा दे जाने आ, साडे अंदर भी अबंडेंस परमात्मा बैठा है, असीं खुद ही अबंडेंस हैं। सो अपने आप नूं हुण सारे जने अबंडेंस माइंडसैट विच असीं रखांगे। संगत जी होईयां भुल्लां गलतियां बख्श देणियां जी। वाहिगुरू जी का खालसा, वाहिगुरू जी की फतेह जी।